प्यारे विद्यार्थियों, ਅਸੀਂ 10th ਕਲਾਸ ਦਾ ਚੈਪਟਰ ਨੰਬਰ 11 ਪੜ੍ਹ ਰਹੇ ਹਾਂ। ਮਨੁੱਖੀ ਅੱਖ ਅਤੇ ਰੰਗ ਬਿਰੰਗਾ ਸੰਸਾਰ, ਹਿਊਮਨ ਆਈ ਐਂਡ ਦਾ ਕਲਰਫੁਲ ਵਰਲਡ। ਇਸ ਚੈਪਟਰ ਦੇ ਵਿੱਚ ਇਹਦਾ ਪਾਰਟ 1 ਉਹ ਤੁਹਾਨੂੰ ਮੈਂ ਪੜ੍ਹਾ ਚੁੱਕਾ। ਉਹਦੇ ਵਿੱਚ ਅਸੀਂ ਮਨੁੱਖੀ ਅੱਖ ਦੇ ਬਾਰੇ ਪੜ੍ਹਿਆ, ਉਸਦੇ ਵੱਖ-ਵੱਖ ਭਾਗਾਂ ਦੇ ਪੜ੍ਹਿਆ, ਉਹਨਾਂ ਦੇ ਕੀ ਨਾਂ ਹਨ, ਉਹਨਾਂ ਦੇ ਕੀ ਕੰਮ ਹਨ। ਇਸ ਤੋਂ ਇਲਾਵਾ ਆਪਾਂ ਅਨੁਕੂਲਨ ਸਮਰੱਥਾ ਪੜ੍ਹੀ। ਫਿਰ ਉਸ ਤੋਂ ਬਾਅਦ ਦ੍ਰਿਸ਼ਟੀ ਦੋਸ਼ ਹੁੰਦੇ ਉਹਨਾਂ ਦਾ ਸੁਧਾਰ, ਜਿਹਦੇ ਵਿੱਚ ਨਿਕਟ ਦ੍ਰਿਸ਼ਟੀ ਦੋਸ਼, ਦੂਰ ਦ੍ਰਿਸ਼ਟੀ ਦੋਸ਼ ਅਤੇ ਜਰਾ ਦੂਰ ਦ੍ਰਿਸ਼ਟੀ ਦੋਸ਼, ਮਿਓਪੀਆ, ਹਾਈਪਰਮੈਟ੍ਰੋਪੀਆ ਅਤੇ ਪ੍ਰੈਸਬਿਓਪੀਆ ਦੇ ਬਾਰੇ ਪੂਰੇ ਵਿਸਥਾਰ ਵਿੱਚ ਪੜ੍ਹਿਆ ਸੀ ਅਤੇ ਇਹਨਾਂ ਦੋਸ਼ਾਂ ਨੂੰ ਕਿਵੇਂ ਠੀਕ ਕੀਤਾ ਜਾਂਦਾ ਹੈ। ਜਰਾ ਦੂਰ ਦ੍ਰਿਸ਼ਟੀ ਬਾਰੇ ਵੀ ਪੜ੍ਹਾਇਆ ਗਿਆ। ਉਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਆਪਾਂ ਇਸ ਚੈਪਟਰ ਦਾ ਅਗਲਾ ਪਾਰਟ ਸਟਾਰਟ ਕਰਾਂਗੇ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਵਾਂ ਵੀ ਜਿਹੜਾ ਨੇਤਰਦਾਨ ਹੈ ਇਹਨੂੰ ਇੱਕ ਮਹਾਦਾਨ ਮੰਨਿਆ ਗਿਆ ਹੈ। ਆਪਣੀ ਮੌਤ ਪਿੱਛੋਂ ਅੱਖਾਂ ਦਾਨ ਕਰਕੇ ਅਸੀਂ ਕਿਸੇ ਨੇਤਰਹੀਣ ਵਿਅਕਤੀ ਦੇ ਜੀਵਨ ਨੂੰ ਪ੍ਰਕਾਸ਼ ਨਾਲ ਭਰ ਸਕਦੇ ਹਾਂ। ਹਿੰਦੁਸਤਾਨ ਦੇ ਵਿੱਚ ਦ੍ਰਿਸ਼ਟੀਹੀਣ ਲੋਕ ਬਹੁਤ ਜ਼ਿਆਦਾ ਹਨ ਅਤੇ ਲਗਭਗ ਆਪਾਂ ਕਹਿ 3.5 ਕਰੋੜ ਵਿਅਕਤੀ ਦ੍ਰਿਸ਼ਟੀ ਹਨ ਅਤੇ ਉਹਨਾਂ ਵਿੱਚੋਂ ਵਧੇਰੇ ਕਰਕੇ ਉਹਨਾਂ ਦੇ ਕਈਆਂ ਦੀ ਦ੍ਰਿਸ਼ਟੀ ਠੀਕ ਕੀਤੀ ਜਾ ਸਕਦੀ ਹੈ। ਪਰ ਇਹ ਤਾਂ ਹੀ ਹੋ ਸਕਦਾ ਹੈ ਕਿ ਜੇ ਨੇਤਰਦਾਨ ਕੀਤਾ ਜਾਵੇ। ਨੇਤਰਦਾਨ ਦੇ ਕਰਨ ਵਾਸਤੇ ਕਿਸੇ ਵੀ ਉਮਰ ਦਾ ਵਿਅਕਤੀ, ਚਾਹੇ ਕਿਸੇ ਵੀ ਵਰਗ ਦਾ, ਉਮਰ ਦਾ, ਲਿੰਗ ਦਾ ਹੋਵੇ, ਉਹ ਨੇਤਰਦਾਨ ਕਰ ਸਕਦਾ ਹੈ। ਈਵਨ ਕਿ ਚਸ਼ਮਾ ਪਾਉਣ ਵਾਲੇ ਵਿਅਕਤੀ ਜਿਹੜੇ ਉਹ ਵੀ ਨੇਤਰਦਾਨ ਕਰ ਸਕਦੇ ਹਨ। ਜਿਹਨੂੰ ਕਿਸੇ ਨੂੰ ਸ਼ੂਗਰ ਰੋਗ ਹੈ ਅਤੇ ਜਾਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਵਿਅਕਤੀ ਹਨ, ਦਮੇ ਦੇ ਰੋਗੀ ਹਨ ਅਤੇ ਉਹ ਵਿਅਕਤੀ ਜਿਨ੍ਹਾਂ ਨੂੰ ਕੋਈ ਛੂਤ ਦਾ ਰੋਗ ਨਹੀਂ ਹੈ, ਸਾਰੇ ਨੇਤਰਦਾਨ ਕਰ ਸਕਦੇ ਹਨ। ਸਿਰਫ ਕੁਝ ਕੇਸ ਜਿਵੇਂ ਏਡਸ, ਹੈਪੇਟਾਈਟਸ, ਰੇਬੀਜ਼, ਲਿਊਕੀਮੀਆ, ਟੈਟਨਸ ਵਗੈਰਾ ਬਿਮਾਰੀਆਂ ਦੇ ਵਿਅਕਤੀ ਜਿਹੜੇ ਆ ਉਹ ਦਾਨ ਨਹੀਂ ਕਰ ਸਕਦੇ। ਪਰ ਜੇ ਅਸੀਂ ਇਸ ਨੂੰ ਇੱਕ ਤਰ੍ਹਾਂ ਦਾ ਪ੍ਰਣ ਲਈਏ ਕਿ ਅਸੀਂ ਮਰਨ ਤੋਂ ਬਾਅਦ ਸਾਡੇ ਜੇ ਅੱਖਾਂ ਕੱਢ ਕੇ ਕਿਸੇ ਦੇ ਕੰਮ ਆ ਸਕਣ ਤੇ ਇਸ ਤੋਂ ਵੱਡਾ ਦਾਨ ਕੋਈ ਨਹੀਂ ਹੈ। ਅਸੀਂ ਇੱਥੋਂ ਚਲੇ ਜਾਵਾਂਗੇ ਪਰ ਸਾਡੇ ਤੋਂ ਬਾਅਦ ਵੀ ਲੋਕੀ ਜੋ ਹੈ ਦੁਨੀਆ ਨੂੰ ਵੇਖ ਸਕਣਗੇ। ਚਲੋ ਇਸ ਤੋਂ ਬਾਅਦ ਅਸੀਂ ਇਹ ਚੈਪਟਰ ਨੂੰ ਸਟਾਰਟ ਕਰਦੇ ਹਾਂ। ਪ੍ਰਿਜ਼ਮ ਵਿੱਚੋਂ ਪ੍ਰਕਾਸ਼ ਦਾ ਅਪਵਰਤਨ, ਰਿਫਰੈਕਸ਼ਨ ਆਫ ਲਾਈਟ ਥਰੂ ਆ ਪ੍ਰਿਜ਼ਮ। ਪ੍ਰਿਜ਼ਮ ਕੀ ਹੁੰਦਾ? ਅੱਗੇ ਆਪਾਂ ਚੈਪਟਰ 10th 'ਚ ਪੜ੍ਹਿਆ ਸੀ ਸਲੈਬ ਬਾਰੇ। ਜੇ ਪੜ੍ਹਿਆ ਸੀ ਵੀ ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਮਾਧਿਅਮ ਦੂਜੇ ਮਾਧਿਅਮ ਜਾਂਦੀ ਹੈ ਤੇ ਇਹ ਆਪਣੇ ਪੱਥ ਤੋਂ ਮੁੜ ਜਾਂਦੀ ਹੈ, ਜਿਵੇਂ ਸੰਘਣਾ ਮਾਧਿਅਮ ਤੇ ਵਿਰਲਾ ਮਾਧਿਅਮ ਦੇ ਬਾਰੇ ਆਪਾਂ ਪੜ੍ਹਿਆ ਸੀ। ਇਸੇ ਤਰ੍ਹਾਂ ਪ੍ਰਿਜ਼ਮ ਹੁੰਦਾ ਹੈ। ਜਦੋਂ ਪ੍ਰਿਜ਼ਮ ਵਿੱਚੋਂ ਪ੍ਰਕਾਸ਼ ਦੀ ਕਿਰਨ ਜਾਂਦੀ ਹੈ, ਠੀਕ ਹੈ, ਜਿਹੜੀ ਕਿਰਨ ਪ੍ਰਕਾਸ਼ ਦੀ ਕਿਰਨ ਪ੍ਰਿਜ਼ਮ ਵਿੱਚੋਂ ਲੰਘ ਰਹੀ ਹੈ ਉਸ ਨੂੰ ਕਿਹਾ ਜਾਂਦਾ ਹੈ ਆਪਾਤੀ ਕਿਰਨ। ਜਿਵੇਂ ਇੱਥੇ ਆਪਾਂ ਡਾਇਗਰਾਮ ਦੇਖੀਏ ਫਿਰ ਜਿਹੜਾ PE ਜਿਹੜੀ ਹੈ ਇਹ ਕਿਹੜੀ ਕਿਰਨ ਹੈ? ਆਪਾਤੀ ਕਿਰਨ। ਇਹ ਕਿਰਨ ਅੱਗੇ ਜਾ ਕੇ ਵੱਜੀ, ਫਿਰ ਇਹ ਆਪਣੇ ਪੱਥ ਤੋਂ ਮੁੜ ਗਈ ਤੇ ਫਿਰ ਜਿਹੜੀ ਕਿਰਨ ਇਹ ਵਾਲੀ E ਤੇ F ਕਿਰਨ ਜਿਹੜੀ ਹੈ ਇਸ ਨੂੰ ਕਿਹਾ ਜਾਂਦਾ ਹੈ ਅਪਵਰਤਿਤ ਕਿਰਨ ਅਤੇ ਜਿਹੜੀ ਕਿਰਨ ਵੱਜ ਕੇ ਵਾਪਸ ਆਈ ਉਹਨੂੰ ਕਹਿੰਦੇ ਆ ਨਿਰਗਾਮੀ ਕਿਰਨ। ਇੱਥੇ FS ਜਿਹੜੀ ਨਿਰਗਾਮੀ ਕਿਰਨ ਹੈ। ਹੁਣ ਆਪਾਤੀ ਕਿਰਨ ਜਿਹੜੀ ਅਭਿਲੰਬਨਾ ਕੋਣ ਬਣਾ ਰਹੀ ਹੈ, ਕੋਣ I, ਇਸ ਨੂੰ ਕਹਿੰਦੇ ਹਨ ਆਪਾਤੀ ਕੋਣ। ਉਸੇ ਤਰ੍ਹਾਂ ਹੀ ਜਿਹੜੀ ਕਿਰਨ ਜਿਹੜਾ ਕੋਣ ਇਹ ਬਣਿਆ ਹੈ, ਕੋਣ ਜਿਸ ਨੂੰ ਆਪਾਂ ਕਹਿੰਦੇ ਹਾਂ ਜਦੋਂ ਇਹ ਕਿਰਨ ਜਦੋਂ ਮੁੜ ਗਈ, ਠੀਕ ਹੈ, ਯਾਨੀ ਕਿ ਅਪਵਰਤਿਤ ਕਿਰਨ, ਅਤੇ ਜਿਹੜਾ ਆਭਾਸੀ ਕਿਰਨ ਜਿਹੜੀ ਅਭਿਲੰਬ ਕਿਰਨ ਹੈ ਉਹ 'ਚ ਕੋਣ ਕਿਹੜਾ ਬਣਿਆ ਹੈ? ਅਪਵਰਤਨ ਕੋਣ। ਇਸੇ ਤਰ੍ਹਾਂ ਜਿਹੜੀ ਕਿਰਨ ਬਾਹਰ ਨਿਕਲੀ ਸੀ ਨਿਰਗਾਮੀ ਕਿਰਨ, ਉਹਨੇ ਜਿਹੜਾ ਅਭਿਲੰਬਨਾ ਕੋਣ ਬਣਾਇਆ ਉਹਨੂੰ ਕਹਿੰਦੇ ਨਿਰਗਾਮੀ ਕੋਣ, ਕੋਣ E। ਅਤੇ ਜਦੋਂ ਆਪਾਂ ਆਪਾਤੀ ਕਿਰਨ ਅਤੇ ਨਿਰਗਾਮੀ ਕਿਰਨ ਨੂੰ ਪਿੱਛੇ ਨੂੰ ਮਿਲਾਉਂਦੇ ਹਾਂ ਤੇ ਇੱਕ ਕੋਣ ਬਣਦਾ ਹੈ ਜਿਸ ਨੂੰ ਵਿਚਲਨ ਕੋਣ ਕਿਹਾ ਜਾਂਦਾ ਹੈ। ਜੇ ਆਪਾਂ ਇੰਗਲਿਸ਼ ਵਿੱਚ ਵੀ ਸਮਝੀਏ ਤੇ ਆਪਾਂ ਇੰਗਲਿਸ਼ ਵਿੱਚ ਵੀ ਨੂੰ ਸਮਝ ਸਕਦੇ ਹਾਂ। ਕਿਸ ਤਰ੍ਹਾਂ? ਇਹ ਦੇਖੋ, ਜਿਵੇਂ ਜਿਹੜੀ ਰੇ ਆਣ ਕੇ ਵੱਜੀ ਉਹਨੂੰ ਕਹਿੰਦੇ ਇੰਸੀਡੈਂਟ ਰੇ, ਠੀਕ ਹੈ, ਜਿਹੜੀ ਅੰਦਰ ਜਾ ਕੇ ਕਿਰਨ ਮੁੜੀ ਉਹ ਰਿਫਰੈਕਟਡ ਰੇ ਤੇ ਜਿਹੜੀ ਵੱਜ ਕੇ ਵਾਪਸ ਆਈ ਦੈਟ ਇਜ਼ ਕਾਲਡ ਐਜ਼ ਦਾ ਇਮਰਜੈਂਟ ਰੇ। ਇਹ ਕੋਣ ਆਈ ਹੈ ਜਿਹੜਾ ਇੰਸੀਡੈਂਟ ਰੇ ਨਾਰਮਲ ਰੇ ਨਾਲ ਡਰਾ ਕਰਦੀ ਪਈ ਹੈ। ਇਸੇ ਤਰ੍ਹਾਂ ਹੀ ਜਿਹੜਾ ਇਹ ਵਾਲਾ ਕੋਣ ਹੈ ਇਹਨੂੰ ਆਪਾਂ ਕਹਿੰਦੇ ਕੋਣ R, ਜਿਹੜਾ ਰਿਫਰੈਕਟਡ ਰੇ ਜਿਹੜੀ ਤਿਆਰ ਕਰਦੀ ਪਈ ਹੈ ਨਾਰਮਲ ਦੇ ਨਾਲ, ਤੇ ਜਿਹੜਾ ਕੋਣ ਬਣਦਾ ਪਿਆ ਹੈ ਨਾਰਮਲ ਦਾ ਇਮਰਜੈਂਟ ਰੇ ਨਾਲ ਉਹਨੂੰ ਆਪਾਂ ਕਹਿੰਦੇ ਐਂਗਲ ਦੀ ਇਮਰਜੈਂਸ। ਤੇ ਜਦੋਂ ਆਪਾਂ ਇਹਨਾਂ ਦੋਵਾਂ ਰੇਆਂ ਨੂੰ ਪਿੱਛੇ ਨੂੰ ਪ੍ਰੋਡਿਊਸ ਕੀਤਾ, ਇੰਸੀਡੈਂਟ ਰੇ ਨੂੰ ਤੇ ਇਮਰਜੈਂਟ ਰੇ ਨੂੰ ਆਪਾਂ ਪ੍ਰੋਡਿਊਸ ਕੀਤਾ ਬੈਕਵਰਡ, ਤੇ ਆਪਣੇ ਕੋਲ ਬਣ ਗਿਆ ਐਂਗਲ ਆਫ ਡੀਵੀਏਸ਼ਨ, ਜਿਹਨੂੰ ਆਪਾਂ ਵਿਚਲਨ ਕੋਣ ਵੀ ਕਿਹਾ ਹੈ। ਠੀਕ ਹੈ, ਹੁਣ ਹੁੰਦਾ ਕੀ ਹੈ? ਇਹ ਤਾਂ ਹੋ ਗਿਆ ਸਲੈਬ ਦੇ ਬਾਰੇ ਗੱਲ। ਹੁਣ ਜਦੋਂ ਆਪਾਂ ਕੱਚ ਦੇ ਸਲੈਬ ਦੇ ਵਿੱਚੋਂ ਲਾਈਟ ਨਿਕਲਦੀ ਹੈ, ਜਿਹੜੀ ਵਾਈਟ ਲਾਈਟ, ਜਿਹੜੀ ਕੱਚ ਦੇ ਪ੍ਰਿਜ਼ਮ ਦੁਆਰਾ ਚਿੱਟੇ ਪ੍ਰਕਾਸ਼ ਦਾ ਵਿਖੇਪਣ, ਡਿਸਪਰਸ਼ਨ ਆਫ ਵਾਈਟ ਲਾਈਟ ਬਾਏ ਦਾ ਗਲਾਸ ਪ੍ਰਿਜ਼ਮ। ਹੁਣ ਦੇਖੋ ਬੇਟਾ, ਤੁਸੀਂ ਰੇਨਬੋ ਬਾਰੇ ਜਾਣਦੇ ਹੋ, 7 ਰੰਗੀ ਪੀਰ, ਇਹ ਤੁਸੀਂ ਦੇਖੀ ਵੀ ਹੋਏਗੀ ਲਗਭਗ ਸਾਰਿਆਂ ਨੇ। ਬਾਰਿਸ਼ ਜਿਹੜੀ ਹੋਣ ਤੋਂ ਬਾਅਦ ਜਦੋਂ ਧੁੱਪ ਚੜ੍ਹਦੀ ਹੈ ਤਾਂ ਆਪਾਂ ਨੂੰ ਜਿਹੜੀ 7 ਰੰਗੀ ਪੀਰ ਦਿਖਾਈ ਦਿੰਦੀ ਹੈ, ਇਹ ਬਹੁਤ ਸੋਹਣੀ ਲੱਗਦੀ ਆ, ਠੀਕ ਆ, ਉਹ ਸਾਰਿਆਂ ਦੀ ਦੇਖੀ ਵੀ ਆ। ਇਹ ਕਿਸ ਤਰ੍ਹਾਂ ਹੁੰਦਾ ਵਾ ਇਹਨੂੰ ਆਪਾਂ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ। ਹੁਣ ਦੇਖੋ, ਆ ਇੱਕ ਪ੍ਰਿਜ਼ਮ ਆ। ਜਦੋਂ ਪ੍ਰਿਜ਼ਮ ਵਿੱਚੋਂ ਵਾਈਟ ਲਾਈਟ ਚਿੱਟਾ ਪ੍ਰਕਾਸ਼ ਪਾਸ ਕਰਦਾ ਹੈ ਤੇ ਚਿੱਟਾ ਪ੍ਰਕਾਸ਼ ਪਾਸ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਇਹ ਜਿਹੜਾ ਪ੍ਰਕਾਸ਼ ਹੈ ਇਹ 7 ਰੰਗਾਂ ਵਿੱਚ ਵੰਡਿਆ ਜਾਂਦਾ ਹੈ,
ठीक है। वो 7 रंग किहड़े-किहड़े ਹਨ जे ਆਪਾਂ ਉੱਪਰ ਚੱਲੀਏ ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ ਐਂਡ ਰੈੱਡ। ਠੀਕ ਹੈ। ਪੰਜਾਬੀ ਵਿੱਚ ਵਾਇਲਟ ਹੁੰਦਾ बैंगनी ਕਲਰ, ਇੰਡੀਗੋ ਜਾਮਨੀ, ਬਲੂ ਨੀਲਾ, ਗ੍ਰੀਨ ਹਰਾ, ਯੈਲੋ ਪੀਲਾ, ਔਰੇਂਜ ਨਾਰੰਗੀ ਅਤੇ ਰੈੱਡ ਜਿਹੜਾ ਹੈ ਲਾਲ ਰੰਗ ਹੁੰਦਾ ਹੈ। ਇਹ 7 ਰੰਗਾਂ ਵਿੱਚ ਇਹ ਜਿਹੜਾ ਵੰਡਿਆ ਜਾਂਦਾ ਹੈ। ਇਸ ਨੂੰ ਆਪਾਂ ਵਿਬਗਯੋਰ ਦੇ ਨਾਮ ਨਾਲ ਯਾਦ ਕਰਦੇ ਹਾਂ। ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ ਅਤੇ ਰੈੱਡ। ਇਸ ਤਰੀਕੇ ਨਾਲ ਆਪਾਂ ਨੂੰ ਯਾਦ ਰੱਖ ਸਕਦੇ ਹਾਂ। ਜਿਹੜਾ ਚਿੱਟਾ ਪ੍ਰਕਾਸ਼ ਦੇ ਘਟਕ ਰੰਗਾਂ ਦੀ ਇਸ ਪੱਟੀ ਨੂੰ, ਜਿਹੜੀ ਇਹ ਪੱਟੀ ਬਣੀ ਹੈ 7 ਰੰਗਾਂ ਦੀ ਪੱਟੀ, ਇਸ ਨੂੰ ਕਹਿੰਦੇ ਹਨ ਸਪੈਕਟਰਮ। ਕੀ ਕਹਿੰਦੇ ਹਨ? ਸਪੈਕਟਰਮ। ਇੰਗਲਿਸ਼ ਵਿੱਚ ਵੀ ਇਹਨੂੰ ਸਪੈਕਟਰਮ ਵੀ ਕਿਹਾ ਜਾਂਦਾ ਹੈ ਅਤੇ ਪੰਜਾਬੀ ਵਿੱਚ ਇਸ ਨੂੰ ਸਪੈਕਟਰਮ ਕਿਹਾ ਜਾਂਦਾ ਹੈ। ਹੁਣ ਦੇਖੋ, ਹੋ ਸਕਦਾ ਆਪਾਂ ਨੂੰ ਸਾਰੇ ਰੰਗ ਦਿਖਾਈ ਨਾ ਦੇਣ, ਕਿਉਂਕਿ ਇੱਕ ਰੰਗ ਦੂਜੇ ਰੰਗ ਦੇ ਉੱਪਰ ਮਰਜ ਹੁੰਦਾ ਹੈ। ਮਤਲਬ ਕਿੱਥੋਂ ਇਹ ਖਤਮ ਹੋ ਰਿਹਾ, ਦੂਜਾ ਰੰਗ ਸ਼ੁਰੂ ਹੋਇਆ, ਇਹ ਆਪਾਂ ਨੂੰ ਪੂਰੀ ਕਲੀਅਰਲੀ ਨਹੀਂ ਪਤਾ ਲੱਗਦਾ। ਪਰ ਫਿਰ ਵੀ ਜਿਹੜਾ ਆਪਾਂ ਨੂੰ ਇਹ ਮਹਿਸੂਸ ਹੁੰਦਾ ਕਿ ਇਹ ਰੰਗ ਬਣੇ ਹਨ। ਤੇ ਪ੍ਰਕਾਸ਼ ਦੇ ਘਟਕ ਰੰਗਾਂ ਵਿੱਚ ਵਿਭਾਜਨ ਨੂੰ, ਜਦੋਂ ਪ੍ਰਕਾਸ਼ 7 ਰੰਗਾਂ ਵਿੱਚ ਵੰਡਿਆ ਜਾਂਦਾ ਹੈ, ਇਸ ਨੂੰ ਕਹਿੰਦੇ ਹਨ ਵਿਖੇਪਨ। ਇੰਗਲਿਸ਼ ਵਿੱਚ ਕੀ ਕਹਿੰਦੇ ਹਨ ਇਸ ਨੂੰ? ਇੰਗਲਿਸ਼ ਨੂੰ ਕਹਿੰਦੇ ਹਨ ਡਿਸਪਰਸ਼ਨ। ਵਿਖੇਪਨ ਨੂੰ ਇੰਗਲਿਸ਼ ਕੀ ਕਿਹਾ ਜਾਂਦਾ ਹੈ? ਡਿਸਪਰਸ਼ਨ। ਦ ਸਪਲਿਟਿੰਗ ਆਫ ਲਾਈਟ into its component colors. The splitting of light into its component colors is called dispersion. ਠੀਕ ਹੈ। ਪ੍ਰਕਾਸ਼ ਦੇ ਘਟਕ ਰੰਗਾਂ ਵਿੱਚ ਵਿਭਾਜਨ ਨੂੰ ਵਿਖੇਪਨ ਕਹਿੰਦੇ ਹਨ। ਹੁਣ ਤੇ ਇਹ ਚੀਜ਼ ਇੱਥੇ ਨੋਟ ਕਰੋਗੇ, ਜੇ ਤੁਸੀਂ ਸਵਾਲ ਪੁੱਛੋ ਵੀ ਜਿਹੜਾ ਸਭ ਤੋਂ ਪਹਿਲੋਂ ਰੈੱਡ ਕਲਰ ਆ ਜਾਂ ਵਾਇਲਟ ਕਲਰ, ਇਹ ਸਾਰਿਆਂ ਵਿੱਚ ਵੱਖ-ਵੱਖ ਕਿਉਂ ਆ? ਮਤਲਬ ਵੀ ਇਹ ਵੱਖਰਾ ਹੋ ਗਿਆ, ਰੰਗ ਵੱਖਰੇ-ਵੱਖਰੇ ਕਿਉਂ ਹੁੰਦੇ ਹਨ? ਇਹਦਾ ਬੇਟਾ ਕਾਰਨ ਹੈ ਹਰ ਕਲਰ ਦੀ ਆਪਣੀ ਆਪਣੀ ਵੇਵ ਲੈਂਥ। ਕੀ ਹੁੰਦੀ ਹੈ? ਵੇਵ ਲੈਂਥ, ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ ਤਰੰਗ ਲੰਬਾਈ। ਕੀ ਕਿਹਾ ਜਾਂਦਾ ਪੰਜਾਬੀ ਵਿੱਚ? ਤਰੰਗ ਲੰਬਾਈ। ਸਭ ਤੋਂ ਜ਼ਿਆਦਾ ਵੇਵ ਲੈਂਥ ਹੈ ਰੈੱਡ ਕਲਰ ਦੀ ਤੇ ਸਭ ਤੋਂ ਘੱਟ ਹੈ ਵਾਇਲਟ ਕਲਰ ਦੀ ਜਾਂ बैंगनी ਰੰਗ ਦੀ। ਜਿਸ ਰੰਗ ਦੀ ਤਰੰਗ ਲੰਬਾਈ ਜਾਂ ਵੇਵ ਲੈਂਥ ਸਭ ਤੋਂ ਜ਼ਿਆਦਾ ਹੋਵੇਗੀ, ਉਹ ਸਭ ਤੋਂ ਘੱਟ ਮੁੜੇਗਾ। ਹੁਣ ਦੇਖੋ, ਲਾਲ ਰੰਗ ਜਿਹੜਾ ਵਾ, ਜੇ ਆਪਾਂ ਦੇਖੋ ਪ੍ਰਿਜ਼ਮ ਨਾ ਹੁੰਦਾ ਤੇ ਲਾਈਟ ਸਿੱਧੀ ਜਾ ਰਹੀ ਸੀ, ਤੇ ਸਭ ਤੋਂ ਘੱਟ ਕੌਣ ਮੁੜਿਆ? ਲਾਲ। ਉਸ ਤੋਂ ਬਾਅਦ ਅਗਲਾ ਰੰਗ, ਉਸ ਤੋਂ ਬਾਅਦ ਪੀਲਾ, ਸਭ ਤੋਂ ਜ਼ਿਆਦਾ ਰੰਗ ਦੂਰ ਕਿਹੜਾ ਹੋ ਗਿਆ ਵਾ? ਉਹ ਵਾਇਲਟ ਕਲਰ ਆ। ਜਿਸ ਕਲਰ ਦੀ ਵੇਵ ਲੈਂਥ ਸਭ ਤੋਂ ਜ਼ਿਆਦਾ ਹੋਵੇਗੀ, ਉਹ ਸਭ ਤੋਂ ਘੱਟ ਮੁੜੇਗਾ। ਜਿਸ ਕਲਰ ਦੀ ਵੇਵ ਲੈਂਥ ਸਭ ਤੋਂ ਘੱਟ ਹੋਵੇਗੀ, ਉਹ ਸਭ ਤੋਂ ਜ਼ਿਆਦਾ ਮੁੜੇਗਾ। ਤੇ ਹਰ ਕਲਰ ਦੀ ਵੱਖ-ਵੱਖ ਵੇਵ ਲੈਂਥ ਹੋਣ ਦੇ ਕਾਰਨ ਰੰਗ ਵੱਖ-ਵੱਖ ਜਿਹੜਾ ਆਪਾਂ ਕਹਿੰਦੇ ਮੁੜਦੇ ਹਨ। ਇਸ ਕਰਕੇ ਇਹ 7 ਰੰਗਾਂ ਵਿੱਚ ਜਿਹੜਾ ਪ੍ਰਕਾਸ਼ ਜਿਹੜਾ ਵੰਡਿਆ ਜਾਂਦਾ ਹੈ। ਇੱਥੇ ਆਪਾਂ ਪੜ੍ਹੀਏ, ਕਿਸੇ ਪ੍ਰਿਜ਼ਮ ਵਿੱਚੋਂ ਲੰਘਣ ਸਮੇਂ ਪ੍ਰਕਾਸ਼ ਦੇ 3 ਰੰਗ ਆਪਾਤੀ ਕਿਰਨ ਦੇ ਸੰਖੇਪ ਵੱਖ-ਵੱਖ ਕੋਣਾਂ ਤੇ ਮੁੜਦੇ ਹਨ। ਲਾਲ ਪ੍ਰਕਾਸ਼ ਸਭ ਤੋਂ ਘੱਟ ਮੁੜਦਾ ਹੈ। ਕਿਉਂ? ਕਿਉਂਕਿ ਉਹਦੀ ਵੇਵਲੈਂਥ ਜਾਂ ਤਰੰਗ ਲੰਬਾਈ ਸਭ ਤੋਂ ਜ਼ਿਆਦਾ ਹੈ। ਜਦੋਂ ਕਿ बैंगनी ਰੰਗ ਇਹ ਸਭ ਤੋਂ ਵੱਧ, ਇਸ ਲਈ ਹਰ ਇੱਕ ਰੰਗ ਦੀਆਂ ਕਿਰਨਾਂ ਵੱਖ-ਵੱਖ ਪੱਥਾਂ ਉੱਤੇ ਬਾਹਰ ਆਉਂਦੀਆਂ ਹਨ। ਮਤਲਬ ਹਰ ਇੱਕ ਕਲਰ ਦੀ ਆਪਣਾ ਇੱਕ ਉਹਦਾ ਪਾਥ ਹੁੰਦਾ ਵਾ, ਜਿਸ ਕਰਕੇ ਆਪਾਂ ਨੂੰ ਇਹ ਜਿਹੜਾ 7 ਰੰਗਾਂ ਵਿੱਚ ਦਿਖਾਈ ਦਿੰਦਾ ਹੈ। ਠੀਕ ਹੈ। ਤੇ ਇੱਕ ਆਪਣਾ ਵਿਗਿਆਨੀ ਸੀ ਨਿਊਟਨ, ਉਹਨੇ ਸਭ ਤੋਂ ਪਹਿਲਾਂ ਪ੍ਰਕਾਸ਼, ਸੂਰਜੀ ਪ੍ਰਕਾਸ਼ ਦੇ ਜਿਹੜੇ ਨਾ 7 ਰੰਗ ਉਹਨੇ ਵੰਡੇ ਸੀ। ਸਪੈਕਟਰਮ ਜਿਹੜਾ ਸੀ, ਉਹਨੇ ਕੱਚ ਦਾ ਪ੍ਰਿਜ਼ਮ ਉਪਯੋਗ ਕੀਤਾ ਸੀ। ਫਿਰ ਜਦੋਂ ਆਪਾਂ ਇੱਕ ਪ੍ਰਿਜ਼ਮ ਦੇਖੋ ਲਾਈਟ ਪਾਸ ਕੀਤੀ, 7 ਰੰਗਾਂ 'ਚ ਵੰਡੀ ਗਈ। ਦੂਜੇ ਪਾਸੇ ਆਪਾਂ ਪ੍ਰਿਜ਼ਮ ਜਿਹੜਾ ਫਿਰ ਉਹਨੂੰ ਉਲਟਾ ਕਰਕੇ ਰੱਖਤਾ, ਹੁਣ ਫਿਰ ਵੰਡੀ ਜਾਵੇਗੀ। ਹੁਣ ਫਿਰ ਦੇਖੋ, ਜਿਹੜਾ ਇਹਨਾਂ ਜਾਣਾ ਰੰਗ ਵੰਡੇ ਕਿੱਧਰ ਨੂੰ ਜਾਂਦੇ ਆ? ਬੇਸ ਵੱਲ ਨੂੰ। ਉਹਨਾਂ ਫਿਰ 7 ਰੰਗਾਂ ਨੇ ਮਿਲ ਕੇ ਫਿਰ ਕੀ ਬਣਾਤਾ? ਵਾਈਟ, ਚਿੱਟਾ ਪ੍ਰਕਾਸ਼ ਜਾਂ ਵਾਈਟ ਲਾਈਟ ਫਿਰ ਦੁਬਾਰਾ ਉਹਨਾਂ ਤਿਆਰ ਕਰਤੀ। ਇਹਨੂੰ ਆਪਾਂ ਕਹਿੰਦੇ ਆ ਰੀਕੰਬੀਨੇਸ਼ਨ ਆਫ ਦਾ ਸਪੈਕਟਰਮ ਆਫ ਵਾਈਟ ਲਾਈਟ। ਚਿੱਟੇ ਪ੍ਰਕਾਸ਼ ਦੇ ਸਪੈਕਟਰਮ ਦਾ ਮੁੜ ਮਿਲਣਾ, ਮੁੜ ਮਿਲ ਕੇ ਫਿਰ 7 ਰੰਗ ਕੀ ਬਣ ਗਏ? ਇੱਕ ਰੰਗ ਬਣ ਗਏ। ਤੁਹਾਨੂੰ ਤੁਸੀਂ ਆਪਣੇ ਸਕੂਲ ਦੇ ਵਿੱਚ ਪ੍ਰੈਕਟੀਕਲ ਐਰਕੀ ਚਲੋ ਜਿਵੇਂ ਨਹੀਂ ਕੀਤੇ, ਪਰ ਇੱਕ ਨਿਊਟਨ ਡਿਸਕ ਆਉਂਦੀ ਹੈ। ਨਿਊਟਨ ਡਿਸਕ ਕੀ ਹੁੰਦੀ ਆ? ਜਿਵੇਂ ਆਪਾਂ ਇੱਕ ਗੋਲ ਗੱਤਾ ਲਿਆ, ਉਸ ਨੂੰ ਆਪਾਂ ਕਰਦੇ ਹਾਂ 7 ਬਰਾਬਰ ਹਿੱਸਿਆਂ ਵਿੱਚ ਵੰਡ ਦਿੰਦੇ ਹਾਂ। ਠੀਕ ਹੈ। ਮੰਨ ਲਓ ਆਪਾਂ 7 ਬਰਾਬਰ ਹਿੱਸਿਆਂ 'ਚ ਵੰਡਤਾ ਉਹਨੂੰ, ਤੇ ਆਪਾਂ 7 ਬਰਾਬਰ ਹਿੱਸਿਆਂ ਵਿੱਚ ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ, ਰੈੱਡ ਕਲਰ ਕਰਤਾ। ਤੇ ਇਸ ਡਿਸਕ ਨੂੰ ਆਪਾਂ ਮੋਟਰ ਦੀ ਮਦਦ ਨਾਲ ਜਾਂ ਹੱਥ ਨਾਲ ਜ਼ੋਰ ਦੀ ਘੁਮਾਉਂਦੇ ਹਾਂ। ਜਦੋਂ ਆਪਾਂ ਪੂਰੇ ਜ਼ੋਰ ਦੀ ਡਿਸਕ ਨੂੰ ਘੁਮਾਉਂਦੇ ਹਾਂ, ਜਦੋਂ ਇਹ ਗੱਤਾ ਆਪਾਂ ਲਿਆ, ਡਿਸਕ ਘੁਮਾਈ, ਤੇ ਆਪਾਂ ਜਦੋਂ ਉਹਨੂੰ ਘੁਮਾਉਂਦੇ ਹਾਂ ਨਾ, ਤੇ ਆਪਾਂ ਨੂੰ ਇਹ ਕਿਹੜਾ ਕਲਰ ਮਹਿਸੂਸ ਹੁੰਦਾ ਹੈ? ਵਾਈਟ ਕਲਰ ਮਹਿਸੂਸ ਹੁੰਦਾ ਹੈ। ਇੱਥੋਂ ਇਹ ਲੱਗਦਾ ਪਤਾ ਕਿ ਇਹ 7 ਰੰਗ ਮਿਲ ਕੇ ਹੀ ਜਿਹੜਾ ਵਾ ਵਾਈਟ ਕਲਰ ਜਾਂ ਚਿੱਟਾ ਪ੍ਰਕਾਸ਼ ਜਿਹੜਾ ਉਹਦਾ ਨਿਰਮਾਣ ਕਰਦੇ ਹਨ। ਇਸੇ ਚੀਜ਼ ਦੇ ਵਿੱਚ ਆਪਾਂ ਦੇਖਿਆ, ਤੁਹਾਨੂੰ ਅੱਗੇ ਮੈਂ ਗੱਲ ਕੀਤੀ ਸੀ ਇੱਕ 7 ਰੰਗੀ ਪੀਂਘ ਦੀ, ਰੇਨਬੋ ਦੀ। 7 ਰੰਗੀ ਪੀਂਘ ਕਿਵੇਂ ਬਣਦੀ ਹੈ? ਜਦੋਂ ਦੇਖੋ ਬੇਟਾ ਬਾਰਿਸ਼ ਹੋਈ ਤੇ ਆਕਾਸ਼ ਦੇ ਵਿੱਚ ਪਾਣੀ ਦੇ ਛੋਟੇ-ਛੋਟੇ ਸੂਖਮ ਕਣ ਹੁੰਦੇ ਹਨ। ਠੀਕ ਹੈ। ਇਹ ਇੱਕ ਕੁਦਰਤੀ ਸਪੈਕਟਰਮ ਹੈ। ਇਹ ਵਾਯੂਮੰਡਲ ਵਿੱਚ ਉਪਸਥਿਤ ਪਾਣੀ ਦੀਆਂ ਸੂਖਮ ਬੂੰਦਾਂ ਦੁਆਰਾ ਸੂਰਜ ਦੇ ਪ੍ਰਕਾਸ਼ ਦੇ ਵਿਖੇਪਨ ਦੇ ਕਾਰਨ ਪ੍ਰਾਪਤ ਹੁੰਦਾ ਹੈ। ਜਿਹੜਾ ਆਪਣਾ ਸਪੈਕਟਰਮ ਆ,
ਇਹ ਕਿਵੇਂ ਪੈਦਾ ਹੁੰਦਾ ਵਾ, ਠੀਕ ਹੈ। ਦ ਸਪੈਕਟਰਮ, the rainbow, that is natural spectrum appearing in the sky after the rain shower. It is caused by dispersion of sunlight by tiny water droplets which are present in the atmosphere. ਜਿਹੜੇ ਛੋਟੇ ਛੋਟੀਆਂ ਬੂੰਦਾਂ ਪਈਆਂ ਐਟਮੋਸਫੇਅਰ ਦੇ ਵਿੱਚ, ਉਹਨਾਂ ਦੇ ਵਿੱਚ ਕੀ ਹੁੰਦਾ ਵਾ, ਡਿਸਪਰਸ਼ਨ ਆਫ ਸਨਲਾਈਟ, ਯਾਨੀ ਕਿ ਪ੍ਰਕਾਸ਼ ਦਾ ਵਿਖੇਪਨ, ਉਹਦੇ ਕਰਕੇ। ਤੇ ਸੱਤ ਰੰਗੀ ਪੀਂਗ ਹਮੇਸ਼ਾ ਸੂਰਜ ਤੋਂ ਉਲਟ ਦਿਸ਼ਾ ਵਿੱਚ, ਆਪੋਜ਼ਿਟ ਜਾਂ ਵਿਪਰੀਤ ਦਿਸ਼ਾ ਵਿੱਚ ਬਣਦੀ ਹੈ। ਜਿਹੜੇ ਪਾਣੀ ਦੇ ਬੇਟਾ ਛੋਟੀਆਂ ਛੋਟੀਆਂ ਬੂੰਦਾਂ ਵਾ ਨਾ, ਇਹ ਇੱਕ ਪ੍ਰਿਜ਼ਮ ਦੇ ਤਰ੍ਹਾਂ ਕੰਮ ਕਰਦੀਆਂ, ਦੇ ਐਕਟ ਲਾਈਕ ਆ ਪ੍ਰਿਜ਼ਮ। ਜਦੋਂ ਸੂਰਜ ਤੋਂ ਜਿਹੜਾ ਲਾਈਟ ਪਈ ਆ, ਇਹ ਉਹਨੂੰ ਰਿਫਰੈਕਟ ਅਤੇ ਡਿਸਪਰਸ ਕਰਦੀਆਂ ਹਨ, ਯਾਨੀ ਕਿ ਉਹਨੂੰ ਆਪਤਿਤ ਪ੍ਰਕਾਸ਼ ਨੂੰ ਇਹ ਬੂੰਦਾਂ ਪਹਿਲਾਂ ਅਪਵਰਤਤ ਅਤੇ ਫਿਰ ਵਿਖੇਪਿਤ ਕਰਦੀਆਂ ਹਨ, ਅਤੇ ਫਿਰ ਅੰਦਰੂਨੀ ਪਰਾਵਰਤਨ, ਜਿਹਨੂੰ ਕਹਿੰਦੇ ਟੋਟਲ ਇੰਟਰਨਲ ਰਿਫਲੈਕਸ਼ਨ, ਉਸ ਕਾਰਨ ਕਰਕੇ ਵੀ ਜਦੋਂ ਪ੍ਰਕਾਸ਼ ਦੀ ਕਿਰਨ ਇਹਦੇ ਵਿੱਚੋਂ ਬੂੰਦ ਵਿੱਚੋਂ ਬਾਹਰ ਆਉਂਦੀ ਹੈ, ਤੇ ਇਹ 7 ਰੰਗਾਂ ਵਿੱਚ ਵੰਡੀ ਜਾਂਦੀ ਹੈ। ਤੇ ਇਹ ਆਪਾਂ ਨੂੰ ਮੈਂ ਤੁਹਾਨੂੰ ਅੱਗੇ ਦੱਸ ਚੁੱਕਾ, ਇਹ ਦਿਖਾਈ ਕਦੋਂ ਦੇਣਾ, ਜਦੋਂ ਸੂਰਜ ਤੁਹਾਡੀ ਪਿੱਠ ਵੱਲ ਹੋਵੇ ਅਤੇ ਤੁਸੀਂ ਆਕਾਸ਼ ਦੇ ਵੱਲ ਧੁੱਪ ਵਾਲੇ ਦਿਨ ਪਾਣੀ ਦੀ ਜਾਂ ਪਾਣੀ ਦੇ ਫੁਹਾਰੇ ਵਿੱਚੋਂ ਵੇਖੋ, ਤੇ ਸਾਨੂੰ 7 ਰੰਗੀ ਪਿੰਗ ਜਿਹੜੀ ਉਹ ਦਿਖਾਈ ਦਿੰਦੀ ਹੈ। ਇਹ ਦੇਖੋ ਡਾਇਗਰਾਮ, ਸੂਰਜ ਲਾਈਟ ਆ ਰਹੀ ਆ, ਇਹਦੇ ਵਿੱਚ ਜਿਹੜਾ ਲਾਈਟ ਉਹਦੇ ਰਿਫਲੈਕਸ਼ਨ, ਟੋਟਲ ਇੰਟਰਨਲ ਰਿਫਲੈਕਸ਼ਨ ਹੋਣ ਤੋਂ ਬਾਅਦ ਆਪਾਂ ਨੂੰ ਫਿਰ ਇਹ 7 ਰੰਗ ਜਿਹੜੇ ਦਿਖਾਈ ਦਿੰਦੇ। ਜ਼ਰੂਰੀ ਨਹੀਂ 7 ਰੰਗ ਪੂਰੇ ਦਿਖਣਗੇ, ਪਰ ਆਪਾਂ ਨੂੰ ਫਿਰ ਵੀ ਦੂਰੋਂ 7 ਰੰਗ ਜਿਹੜੇ ਮਹਿਸੂਸ ਹੁੰਦੇ ਹਨ, ਠੀਕ ਹੈ। ਇਸ ਨੂੰ ਕੀ ਕਿਹਾ ਜਾਂਦਾ ਹੈ, ਸਪੈਕਟਰਮ ਕਿਹਾ ਜਾਂਦਾ ਹੈ, ਠੀਕ ਹੈ। ਇਹ ਸਾਰਿਆਂ ਨੂੰ ਤੁਸੀਂ ਦੇਖਿਆ ਵੀ ਹੋਵੇਗਾ, 7 ਰੰਗੀ ਪੀਂਗ ਰੇਨਬੋ ਜਿਹੜੀ ਉਹ ਬਣਦੀ ਹੈ। ਹੁਣ ਸਾਡੇ ਐਟਮੋਸਫੀਅਰ ਦੇ ਵਿੱਚ, ਸਾਡੇ ਵਾਯੂਮੰਡਲ ਦੇ ਵਿੱਚ ਅਪਵਰਤਨ ਦੇ ਕਰਕੇ ਕਈ ਘਟਨਾਵਾਂ ਵਾਪਰਦੀਆਂ ਹਨ, ਜਿਹਨੂੰ ਆਪਾਂ ਕਹਿੰਦੇ ਐਟਮੋਸਫੈਰਿਕ ਰਿਫਰੈਕਸ਼ਨ। ਹੁਣ ਦੇਖੋ ਬੇਟਾ, ਜਿਵੇਂ ਧਰਤੀ ਹੈ, ਅਸੀਂ ਦੇਖਦੇ ਹਾਂ ਜੇ ਮਤਲਬ ਧਰਤੀ ਸਪੋਜ਼ ਗਰਮ ਆ, ਤੇ ਗਰਮ ਹਵਾ ਹਮੇਸ਼ਾ ਹਲਕੀ ਹੁੰਦੀ ਆ ਤੇ ਉੱਪਰ ਨੂੰ ਜਾਂਦੀ ਹੈ, ਜਿਹੜੀ ਹੌਟ ਏਅਰ, ਤੇ ਜਿਹੜੀ ਕੋਲਡ ਏਅਰ ਆ ਇਹ ਭਾਰੀ ਹੁੰਦੀ ਤੇ ਇਹ ਥੱਲੇ ਬੈਠਦੀ ਹੈ, ਠੰਡੀ ਹਵਾ ਹਮੇਸ਼ਾ ਥੱਲੇ ਬੈਠਦੀ ਹੈ। ਪਰ ਮਤਲਬ ਹਰ ਇੱਕ ਲੇਅਰ ਦਾ, ਮੰਨ ਲਓ ਇੱਕ ਗਰਮ ਲੇਅਰ ਹੈ, ਇੱਕ ਆਪਣਾ ਕੋਲਡ ਲੇਅਰ ਆ, ਹੌਟ ਲੇਅਰ ਆ, ਫਿਰ ਕਦੋਂ ਕੋਲਡ ਲੇਅਰ ਆ, ਹਰ ਇੱਕ ਲੇਅਰ ਦਾ ਅਪਵਰਤਨ ਅੰਗ, ਹਰ ਇੱਕ ਲੇਅਰ ਦਾ ਰਿਫਰੈਕਟਿਵ ਇੰਡੈਕਸ ਜਿਹੜਾ ਹੈ ਇਹ ਵੱਖ-ਵੱਖ ਹੁੰਦਾ ਹੈ। ਤੇ ਆਪਾਂ ਪੜ੍ਹਿਆ ਸੀ, ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਮਾਧਿਅਮ ਜੋ ਦੂਜੇ ਮਾਧਿਅਮ ਜਾਂਦੀ ਹੈ, ਉਹ ਮਾਧਿਅਮ 'ਚ ਕੀ ਫਰਕ ਹੁੰਦਾ ਸੀ, ਅਪਵਰਤਨ ਅੰਕ ਦਾ। ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਮਾਧਿਅਮ ਦੂਜੇ ਮਾਧਿਅਮ ਜਾਂਦੀ ਸੀ, ਤੇ ਆਪਣੇ ਪਥ ਵਿੱਚੋਂ ਮੁੜ ਜਾਂਦੀ ਸੀ। ਇੰਨਾ ਆਪਾਂ ਪੜ੍ਹਿਆ ਨਾ, ਸਲੈਬ ਦੇ ਵਿੱਚ ਵੀ ਪੜ੍ਹਿਆ ਤੇ ਪ੍ਰਿਜ਼ਮ ਵਿੱਚ ਵੀ ਪੜ੍ਹਿਆ। ਤੇ ਜਦੋਂ ਇਹ ਲਾਈਟ ਮੁੜਦੀ ਹੈ ਨਾ, ਤੇ ਇਹ ਕਈ ਵਾਰੀ, ਕਿਉਂਕਿ ਆਪਣੇ ਜਿਹੜਾ ਵਾਯੂਮੰਡਲ ਆ ਉਹਦੇ ਵਿੱਚ ਵੀ ਆਹ ਜਿਹੜੀਆਂ ਆਪਣੀਆਂ ਹਵਾ ਦੀਆਂ ਜਿਹੜੀਆਂ ਕਹਿ ਲਓ ਤੁਸੀਂ ਜਿਹੜੀਆਂ ਲਹਿਰਾਂ ਵਾ, ਇਹ ਮਤਲਬ ਵੀ ਅਨਿਯਮਿਤ ਹੈ। ਅਨਿਯਮਿਤ ਮਤਲਬ ਇਹ ਸਥਿਰ ਨਹੀਂ ਹੈਗੀਆਂ, ਇਹ ਬਦਲਦੀ ਹਵਾ, ਕੋਈ ਗਰਮ ਕਦੀ ਠੰਡੀ, ਤੇ ਜਿਸ ਕਰਕੇ ਇਹ ਜਿਹੜੀ ਕਿਰਨ ਹੈ ਇਹ ਵੀ ਜਿਹੜੀ ਮੁੜਦੀ ਹੀ ਰਹਿੰਦੀ ਆ। ਉਸ ਦੇ ਕਰਕੇ, ਇਸ ਅਸਥਿਰਤਾ ਦੇ ਕਰਕੇ ਇੱਕ ਤਰ੍ਹਾਂ ਦਾ ਸਾਡੇ ਵਾਯੂਮੰਡਲ ਵਿੱਚ ਕੀ ਹੋਣ ਡਿਆ, ਅਪਵਰਤਨ ਹੋਣ ਡਿਆ, ਰਿਫਰੈਕਸ਼ਨ ਹੋਣ ਡਿਆ। ਤੇ ਰਿਫਰੈਕਸ਼ਨ ਦੇ ਕਰਕੇ ਕਈ ਘਟਨਾਵਾਂ ਵਾਪਰਦੀਆਂ ਨੇ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲੀ ਹੈ ਤਾਰਿਆਂ ਦਾ ਟਿਮਟਮਾਉਣਾ, ਜਾਂ ਜਿਹਨੂੰ ਆਪਾਂ ਕਹਿੰਦੇ ਆ ਦੈਟ ਇਜ਼ ਟਵਿੰਕਲਿੰਗ ਆਫ ਸਟਾਰਸ। ਟਵਿੰਕਲਿੰਗ ਆਫ ਸਟਾਰਸ, ਤਾਰਿਆਂ ਦਾ ਟਿਮਟਮਾਉਣਾ। ਤਾਰਿਆਂ ਦੇ ਪ੍ਰਕਾਸ਼ ਦੇ ਵਾਯੂਮੰਡਲ ਅਪਵਰਤਨ ਦੇ ਕਾਰਨ ਹੀ ਤਾਰੇ ਟਿਮਟਮਾਉਂਦੇ ਪ੍ਰਤੀਤ ਹੁੰਦੇ ਹਨ। ਪ੍ਰਿਥਵੀ ਦੇ ਵਾਯੂਮੰਡਲ ਪ੍ਰਵੇਸ਼ ਕਰਨ ਤੋਂ ਬਾਅਦ ਪ੍ਰਿਥਵੀ ਦੀ ਸਤ੍ਹਾ ਉੱਤੇ ਪਹੁੰਚਣ ਤੱਕ ਤਾਰੇ ਦਾ ਪ੍ਰਕਾਸ਼ ਨਿਰੰਤਰ ਅਪਵਰਤਿਤ ਹੁੰਦਾ ਰਹਿੰਦਾ ਹੈ। ਹੁਣ ਦੇਖੋ ਤਾਰਾ ਵਾ, ਕੋਈ ਆਪਣੇ ਕੋਲ ਸਟਾਰ ਆ ਜਿਹਨੂੰ ਆਪਾਂ ਦੇਖ ਰਹੇ ਹਾਂ, ਜਦੋਂ ਇਹ ਸਾਡੇ ਤੱਕ ਆਉਂਦਾ ਵਾ ਨਾ, ਤੇ ਇਹ ਕਈ ਵਾਰੀ ਲਾਈਟ ਜਿਹੜੀ ਮੁੜਦੀ ਹੈ, ਕਈ ਵਾਰੀ ਇਹਦਾ ਜਿਹੜਾ ਵਾ ਇਹਦੀ ਅਪਵਰਤਤ ਇਹਦੇ ਵਿੱਚ, ਜਿਹਨੂੰ ਆਪਾਂ ਕੀ ਕਹਿ ਸਕਦੇ ਹਾਂ, ਰਿਫਰੈਕਸ਼ਨ ਜਿਹੜੀ ਹੁੰਦੀ ਰਹਿੰਦੀ ਹੈ। ਕਿਉਂਕਿ ਤੁਹਾਨੂੰ ਮੈਂ ਦੱਸਿਆ ਵੀ ਇੱਥੇ ਕਈ ਹਵਾ ਦੀਆਂ ਜਿਹੜੀਆਂ ਲਹਿਰਾਂ ਨੇ, ਜਿਹਦੇ ਕਰਕੇ ਹਰ ਇੱਕ ਵਿੱਚ ਜਿਹੜਾ ਵਾ ਉਹਦਾ ਰਿਫਰੈਕਟਿਵ ਇੰਡੈਕਸ ਜਿਹੜਾ ਵਾ ਉਹ ਵੱਖ-ਵੱਖ ਹੈ। ਤੇ ਜਦੋਂ ਇਹ ਥੱਲੇ ਆਉਂਦੀ ਆ, ਹੁਣ ਆਪਾਂ ਨੂੰ ਕਿੱਦਾਂ ਲਾਈਟ ਦਿਖਾਈ ਦਿੰਦੀ ਆ, ਸਾਨੂੰ ਦਿਖਾਈ ਦਿੰਦੀ ਆ ਪ੍ਰਕਾਸ਼ ਜਿਵੇਂ ਕਿੱਥੋਂ ਆ ਰਿਹਾ, ਸਿੱਧਾ। ਹੁਣ ਤਾਰਾ ਕਿਤੇ ਆ, ਇਹ ਉਹਦੀ ਐਕਚੁਅਲ ਪੋਜੀਸ਼ਨ ਆ, ਜਿਹੜੀ ਉਹਦੀ ਅਸਲੀ ਜਗ੍ਹਾ ਵਾ, ਤੇ ਇਹ ਜਿਹੜੀ ਉਹਦੀ ਜਿਹੜੀ ਆ ਆਭਾਸੀ ਸਥਿਤੀ ਆ, ਜਿਹਨੂੰ ਆਪਾਂ ਵਰਚੁਅਲ ਪੋਜੀਸ਼ਨ ਕਹਿ ਦਿੰਦੇ ਆ, ਇਹ ਉਹਦੀ ਕਿਹੜੀ ਸਥਿਤੀ ਆ, ਆਭਾਸੀ। ਮਤਲਬ ਆਪਾਂ ਨੂੰ ਇੱਥੇ ਫਿਰ ਦੇਖੋ, ਮੰਨ ਲਓ ਥੋੜ੍ਹੀ ਦੇਰ ਬਾਅਦ ਹੀ ਪ੍ਰਕਾਸ਼ ਹੋ ਰਿਹਾ, ਹੁਣ ਮੰਨ ਲਓ ਹਵਾ ਜਿਹੜੀ ਆ ਉਹ ਉਹਦੀਆਂ ਲਹਿਰਾਂ ਜਿਹੜੀਆਂ ਬਦਲ ਗਈਆਂ ਵਾ ਅਪਵਰਤਨ ਅੰਕ ਦੇ ਕਰਕੇ। ਹੁਣ ਆਪਾਂ ਨੂੰ ਸ਼ਾਇਦ ਮਹਿਸੂਸ ਹੋਵੇਗਾ ਵੀ ਇੱਧਰੋਂ ਨਹੀਂ ਲਾਈਟ ਆ ਰਹੀ, ਲਾਈਟ ਇੱਧਰੋਂ ਆ ਰਹੀ, ਯਾਨੀ ਕਿ ਉਹਦੀ ਆਭਾਸੀ ਸਥਿਤੀ ਬਦਲਦੀ ਰਹਿੰਦੀ ਹੈ। ਆਹ ਦੇਖੋ, ਕਿਉਂਕਿ ਵਾਯੂਮੰਡਲ ਤਾਰੇ ਦੇ ਪ੍ਰਕਾਸ਼ ਨੂੰ ਲੰਬ ਦੇ ਵੱਲ ਮੋੜ ਦਿੰਦਾ ਹੈ, ਇਸ ਲਈ ਤਾਰੇ ਦੀ ਆਭਾਸੀ ਸਥਿਤੀ ਉਸ ਦੀ ਵਾਸਤਵਿਕ ਸਥਿਤੀ ਤੋਂ ਕੁਝ ਭਿੰਨ ਪ੍ਰਤੀਤ ਹੁੰਦੀ ਹੈ। ਮਤਲਬ ਕੋਈ ਤਾਰਾ ਆਪਣੀ ਵਾਸਤਵਿਕ ਸਥਿਤੀ ਤੋਂ ਕੁਝ ਉਚਾਈ 'ਤੇ ਪ੍ਰਤੀਤ ਹੁੰਦਾ ਹੈ, ਤੇ ਫਿਰ ਇਸੇ ਕਰਕੇ ਇਸ ਆਕਾਸ਼ੀ ਸਥਿਤੀ ਵਿੱਚ ਸਥਾਈ ਹੋਣ ਨਾ ਕਰਕੇ ਥੋੜ੍ਹੀ ਬਦਲਦੀ ਰਹਿੰਦੀ ਹੈ, ਕਿਉਂਕਿ ਪ੍ਰਿਥਵੀ ਦੇ ਵਾਯੂਮੰਡਲ ਵਿੱਚ ਭੌਤਿਕ ਅਵਸਥਾਵਾਂ ਸਥਾਈ
ਨਹੀਂ ਹਨ ਅਤੇ ਤਾਰੇ ਸਾਡੇ ਤੋਂ ਬਹੁਤ ਦੂਰ ਹਨ। ਇਹ ਇੱਕ ਬਿੰਦੂ ਸਰੋਤ ਦੇ ਬਰਾਬਰ ਹਨ, ਮਤਲਬ ਜਿਵੇਂ ਲੱਗਦਾ ਪੁਆਇੰਟ ਸੋਰਸ ਦੇ ਬਰਾਬਰ। ਇਸ ਕਰਕੇ ਇਹਨਾਂ ਵਿੱਚੋਂ ਆਉਣ ਵਾਲੀਆਂ ਪ੍ਰਕਾਸ਼ ਕਿਰਨਾਂ ਦਾ ਪਥ ਥੋੜ੍ਹਾ ਥੋੜ੍ਹਾ ਪਰਿਵਰਤਿਤ ਹੁੰਦਾ ਰਹਿੰਦਾ ਹੈ ਅਤੇ ਉਹਦੀ ਆਭਾਸੀ ਸਥਿਤੀ ਬਦਲਦੀ ਰਹਿੰਦੀ ਹੈ ਅਤੇ ਅੱਖ ਵਿੱਚ ਪ੍ਰਵੇਸ਼ ਕਰਨ ਵਾਲੇ ਤਾਰੇ ਦੇ ਪ੍ਰਕਾਸ਼ ਦੀ ਮਾਤਰਾ ਝਿਲਮਿਲ ਹੁੰਦੀ ਰਹਿੰਦੀ ਹੈ, ਜਿਸ ਕਾਰਨ ਕੋਈ ਤਾਰਾ ਕਦੇ ਚਮਕੀਲਾ ਅਤੇ ਕਦੇ ਧੁੰਦਲਾ ਜਾਂ ਪ੍ਰਤੀਤ ਹੁੰਦਾ ਹੈ ਅਤੇ ਵੇਖਣ ਨੂੰ ਲੱਗਦਾ ਹੈ ਵੀ ਜਿਵੇਂ ਤਾਰਾ ਕੀ ਕਰ ਰਿਹਾ ਹੈ, ਟਿਮਟਮਾ ਰਿਹਾ ਹੈ। ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਏਗੀ। ਹੁਣ ਆਪਾਂ ਦੁਬਾਰਾ ਸਮਝਣ ਦੀ ਕੋਸ਼ਿਸ਼ ਕਰੀਏ ਕਿ ਤਾਰੇ ਦੀ ਐਕਚੁਅਲ ਪੋਜੀਸ਼ਨ ਆ, ਉਹ ਜਦੋਂ ਲਾਈਟ ਸਾਡੇ ਤੱਕ ਆ ਰਹੀ ਆ ਨਾ, ਇਹ ਦੇਖੋ ਇਹਦੇ ਵਿੱਚ ਕਈ ਜਗ੍ਹਾ ਦੇ ਉੱਪਰ ਜਿਹੜਾ ਐਟਮੋਸਫੇਅਰ ਆ, ਜਿਹੜਾ ਸਾਡਾ ਵਾਯੂਮੰਡਲ ਹੈ ਨਾ, ਉਹਦੇ ਵਿੱਚ ਬੇਟਾ ਕਈ ਤਰ੍ਹਾਂ ਦੀਆਂ ਵਿੱਚ ਜਿਹੜਾ ਹਰ ਪਾਸੇ ਜਦੋਂ ਹਰ ਇੱਕ ਦਾ ਅਪਵਰਤਨ ਅੰਕ ਵੱਖਰਾ ਵੱਖਰਾ, ਇਹਦਾ ਮਤਲਬ ਵਰਤਨ ਕੁਛ ਹੋਰ ਹੈ, ਇਹਦਾ ਕੁਛ ਹੋਰ ਆ, ਇਸੇ ਸਿਰਾ ਪਰਤਨ, ਇਹ ਲਾਈਟ ਜਿਹੜੀ ਥੋੜ੍ਹੀ ਥੋੜ੍ਹੀ ਬੈਂਡ ਹੁੰਦੀ ਰਹਿੰਦੀ ਹੈ ਸਾਡੇ ਤੱਕ ਇਹ ਪਹੁੰਚ ਕੇ ਆਪਾਂ ਨੂੰ ਦਿਖਾਈ ਦਿੰਦੀ ਆ ਵੀ ਲਾਈਟ ਇੱਧਰੋਂ ਆ ਰਹੀ ਹੈ, ਸਾਨੂੰ ਤਾਰਾ ਇੱਥੇ ਮਹਿਸੂਸ ਹੋਵੇਗਾ। ਠੀਕ ਆ, ਹੁਣ ਮੰਨ ਲਓ ਕੁਝ ਨਾਲ ਹੀ ਸਮੇਂ ਦੇ ਮੁਤਾਬਕ ਲਾਈਟ ਆਈ ਜਾ ਰਹੀ ਹੈ, ਹੁਣ ਇਹਦਾ ਅਪਵਰਤਨ ਅੰਕ ਕੁਛ ਹੋਰ ਹੋ ਗਿਆ, ਮੰਨ ਲਓ ਇਹਦਾ μ6 ਹੋ ਗਿਆ, ਇਹਦਾ ਅਪਵਰਤਨ ਅੰਕ ਬਦਲ ਗਿਆ, ਹੁਣ ਲਾਈਟ ਜਿਹੜੀ ਥੋੜ੍ਹੀ ਹੋਰ ਬੈਂਡ ਹੋ ਗਈ, ਹੁਣ ਆਪਾਂ ਨੂੰ ਇਹ ਮਹਿਸੂਸ ਕਿਤੋਂ ਹੋਰ ਆ ਰਹੀ ਹੈ ਅਤੇ ਤਾਰਾ ਸਾਡੇ ਤੋਂ ਬੜੀ ਦੂਰ ਆ, ਸਾਨੂੰ ਇਹ ਜਿਹੜੀ ਪੋਜੀਸ਼ਨ ਮਹਿਸੂਸ ਨਹੀਂ ਹੁੰਦੀ, ਸਾਨੂੰ ਇਹ ਲੱਗਦਾ ਵਾ ਵੀ ਤਾਰਾ ਕਦੀ ਲਾਈਟ ਪ੍ਰਕਾਸ਼ ਤੇਜ਼, ਕਦੀ ਪ੍ਰਕਾਸ਼ ਘੱਟ, ਅਤੇ ਇਹ ਵੇਖਣ ਨੂੰ ਲੱਗਦਾ ਹੈ ਕਿ ਤਾਰਾ ਕੀ ਕਰ ਰਿਹਾ ਹੈ, ਟਿਮਟਮਾ ਰਿਹਾ ਹੈ। ਇਹ ਅਸਲ ਵਿੱਚ ਕੁਦਰਤੀ ਅਪਵਰਤਨ ਜਿਹੜਾ ਪ੍ਰਕਾਸ਼ ਦਾ, ਉਸ ਦੇ ਕਰਕੇ ਐਟਮੋਸਫੈਰਿਕ ਰਿਫਰੈਕਸ਼ਨ ਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ। ਠੀਕ ਹੈ, ਹੁਣ ਕਈਆਂ ਦੇ ਮਨ 'ਚ ਇਹ ਸਵਾਲ ਹੁੰਦਾ ਹੈ ਕਿ ਤਾਰੇ ਤਾਂ ਟਿਮਟਮਾਉਂਦੇ ਪ੍ਰਤੀਤ ਹੁੰਦੇ ਹਨ ਅਤੇ ਗ੍ਰਹਿ ਜਿਹੜੇ ਪਲੈਨਟਸ ਹੈ ਇਹ ਫਿਰ ਕਿਉਂ ਨਹੀਂ ਟਿਮਟਮਾਉਂਦੇ? ਸਟਾਰਸ ਟਵਿੰਕਲ ਬਟ ਵਾਈ ਪਲੈਨਟਸ ਡੂ ਨਾਟ ਟਵਿੰਕਲ? ਹੁਣ ਇਹਦਾ ਬੜਾ ਕਾਰਨ ਇੱਕ ਦੋ ਰੀਜ਼ਨ ਹੈਗਾ। ਪਹਿਲੀ ਗੱਲ ਤੇ ਗ੍ਰਹਿ ਸਾਡੇ ਬਹੁਤ ਜ਼ਿਆਦਾ ਨੇੜੇ ਆ, ਠੀਕ ਹੈ, ਇਹਨੂੰ ਆਪਾਂ ਬਿੰਦੂ ਸਰੋਤ ਨਹੀਂ ਮੰਨਦੇ, ਠੀਕ ਹੈ, ਅਤੇ ਜਿਹੜੇ ਤਾਰੇ ਸਾਡੇ ਤੋਂ ਬਹੁਤ ਜ਼ਿਆਦਾ ਦੂਰ ਹੈ। ਦੂਜੀ ਗੱਲ, ਗ੍ਰਹਿਆਂ ਦਾ ਸਾਈਜ਼ ਤਾਰਿਆਂ ਦੇ ਮੁਕਾਬਲੇ ਬਹੁਤ ਵੱਡਾ ਲਾਗੇ ਹੋਣ ਕਰਕੇ ਜੇ ਅਸੀਂ ਗ੍ਰਹਿ ਨੂੰ ਬਿੰਦੂ ਸਾਈਜ਼ ਦੇ ਅਨੇਕ ਪ੍ਰਕਾਸ਼ ਸਰੋਤਾਂ ਦਾ ਸੰਗ੍ਰਹਿ ਮੰਨ ਲਈਏ ਤਾਂ ਸਾਰੇ ਬਿੰਦੂ ਸਾਈਜ਼ਾਂ ਤੋਂ ਪ੍ਰਕਾਸ਼ ਸਰੋਤ ਸਾਡੇ ਨਿਰੰਤਰ 'ਚ ਪ੍ਰਵੇਸ਼ ਕਰਨ ਵਾਲੀ ਪ੍ਰਕਾਸ਼ ਦੀ ਮਾਤਰਾ ਵਿੱਚ ਕੁੱਲ ਪਰਿਵਰਤਨ ਦਾ ਔਸਤ ਮਾਨ 0 ਹੋਵੇਗਾ। ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਬੇਟਾ, ਮੰਨ ਲਓ ਸਾਡੇ ਤੋਂ ਬੜੀ ਦੂਰ ਇੱਕ ਮੰਨ ਲਓ ਕੋਈ ਬੋਰਡ ਆ, ਉੱਥੇ ਇੱਕ ਬਲਬ ਲੱਗਾ, ਠੀਕ ਹੈ, ਆਪਾਂ ਇੱਥੇ ਬੈਠੇ ਵੇਖ ਰਹੇ ਹਾਂ, ਇਹ ਬਹੁਤ ਦੂਰ ਆ, ਉਹ ਜਦੋਂ ਬਲਬ ਬੰਦ ਹੋਏਗਾ ਅਤੇ ਸਾਨੂੰ ਪਤਾ ਲੱਗ ਜਾਏਗਾ ਵੀ ਥੋੜ੍ਹਾ ਬਹੁਤਾ ਮਹਿਸੂਸ ਹੋਵੇਗਾ ਵੀ ਹਨੇਰਾ ਹੋ ਰਿਹਾ। ਇਹ ਮੰਨ ਲਓ ਇੱਕ ਬਲਬ ਕੀ ਸੀ, ਇੱਕ ਤਾਰਾ, ਇੱਕ ਸਟਾਰ ਸੀ। ਹੁਣ ਉਸੇ ਜਗ੍ਹਾ ਦੇ ਉੱਪਰ ਮੰਨ ਲਓ ਅਸੀਂ ਕਿੰਨੇ ਬਲਬ ਲਗਾ ਦਿੱਤੇ, ਮੰਨ ਲਓ 50 ਬਲਬ ਆਪਾਂ ਲਗਾ ਦਿੱਤੇ, ਠੀਕ ਆ, ਆਪਾਂ ਦੇਖ ਰਹੇ ਹਾਂ। ਹੁਣ ਆਪਾਂ ਗੱਲ ਕੀਤੀ ਨਾ ਵੀ ਗ੍ਰਹਿ ਸਾਡੇ ਲਾਗੇ ਆ, ਠੀਕ ਹੈ, ਹੁਣ ਇਹ ਮਤਲਬ ਨਾਲੇ ਗ੍ਰਹਿ ਸਾਈਜ਼ ਵੱਡਾ, ਆਪਾਂ ਕਹਿੰਦੇ ਵੀ ਇਹ ਕਿੰਨੇ ਬੜੇ ਬਿੰਦੂ ਸਰੋਤਾਂ ਤੋਂ ਬਣਿਆ। ਹੁਣ ਇਹਦੇ ਵਿੱਚੋਂ ਇੱਕ ਬਲਬ ਜੇ ਮੰਨ ਲਓ ਫਿਊਜ਼ ਹੋ ਵੀ ਜਾਂਦਾ ਜਾਂ ਬਲਬ ਬੰਦ ਵੀ ਜਾਂਦਾ, ਆਪਾਂ ਉਹ ਤੋਂ ਇੰਨੀ ਦੂਰ ਬੈਠੇ ਆਪਾਂ ਉਹਨੂੰ ਮਹਿਸੂਸ ਨਹੀਂ ਹੋਵੇਗਾ। ਗੱਲ ਸਮਝ ਲੱਗੀ ਨਾ? ਜਦੋਂ ਇਕੱਲਾ ਇੱਕ ਸਰੋਤ ਹੋਵੇ ਉਹ ਤੋਂ ਆਪਾਂ ਨੂੰ ਲਾਈਟ ਆ ਰਹੀ ਹੋਵੇ ਤਾਂ ਉਹ ਜਲਦੀ ਮਹਿਸੂਸ ਹੁੰਦੀ ਆ, ਜਦੋਂ ਇਕੱਠਾ ਕਿੰਨੇ ਜ਼ਿਆਦਾ ਸਰੋਤ ਹੋਣ ਉਹ 'ਚੋਂ ਲਾਈਟ ਜਦੋਂ ਇੱਕ ਅੱਧਾ ਵਿੱਚੋਂ ਬੰਦ ਵੀ ਹੋ ਜਾਂਦਾ ਵਾ ਤਾਂ ਆਪਾਂ ਨੂੰ ਮਹਿਸੂਸ ਨਹੀਂ ਹੁੰਦਾ। ਇਸ ਕਰਕੇ ਉਹ ਆਪਾਂ ਨੂੰ ਜਿਹੜਾ ਕੁੱਲ ਔਸਤ ਜਿਹੜੀ ਐਵਰੇਜ ਲਾਈਟ ਆ ਉਹ ਆਪਣੇ ਵਾਸਤੇ ਇੰਨੀ ਮਾਇਨੇ ਨਹੀਂ ਰੱਖਦੀ। ਇਸ ਕਰਕੇ ਉਹਦਾ ਟਵਿੰਕਲਿੰਗ ਇਫੈਕਟ ਜਿਹੜਾ ਵਾ, ਜਿਹੜਾ ਟਿਮਟਮਾਉਣ ਦਾ ਪ੍ਰਭਾਵ ਆ, ਉਹ ਜਿਹੜਾ ਵਾ ਉਹ ਨੱਲੀਫਾਈ ਹੋ ਜਾਂਦਾ, ਜਿਹਨੂੰ ਆਪਾਂ ਕਹਿੰਦੇ ਹਾਂ ਨਿਸਪ੍ਰਭਾਵਿਤ ਹੋ ਜਾਂਦਾ। ਇਸੇ ਹੀ ਚੀਜ਼ ਦੇ ਉੱਪਰ ਇੱਕ ਹੋਰ ਉਦਾਹਰਨ ਹੈਗੀ, ਸੂਰਜ ਦਾ ਪਹਿਲਾਂ ਚੜ੍ਹਨਾ ਅਤੇ ਮਗਰੋਂ ਛਿਪਣਾ। ਪਹਿਲਾਂ ਚੜ੍ਹਨਾ ਅਤੇ ਮਗਰੋਂ ਛਿਪਣਾ ਕੀ ਚੀਜ਼ ਆ? ਮੰਨ ਲਓ ਇਹ ਧਰਤੀ ਆ, ਇੱਥੇ ਧਰਤੀ ਉੱਪਰ ਆਪਾਂ ਖੜੇ, ਠੀਕ ਹੈ, ਇਹ ਸਾਡਾ ਹੈਗਾ ਖਿਤਿਜ, ਜਿਹਨੂੰ ਆਪਾਂ ਕਹਿੰਦੇ ਹੌਰੀਜ਼ਨ। ਕੀ ਆਪਾਂ ਕਹਿੰਦੇ ਹਾਂ? ਹੌਰੀਜ਼ਨ। ਆਪਾਂ ਨੂੰ ਹੌਰੀਜ਼ਨ ਤੋਂ ਉੱਪਰ ਹਰ ਚੀਜ਼ ਦਿਸਦੀ ਪਈ ਆ, ਹੌਰੀਜ਼ਨ ਤੋਂ ਥੱਲੇ ਆਪਾਂ ਨੂੰ ਕੋਈ ਵੀ ਚੀਜ਼ ਦਿਖਾਈ ਨਹੀਂ ਦਿੰਦੀ। ਹੁਣ ਇਹ ਸੂਰਜ ਆ, ਠੀਕ ਹੈ, ਹਾਲੇ ਸਾਡੇ ਹੌਰੀਜ਼ਨ ਥੱਲੇ ਆਪਾਂ ਨੂੰ ਦਿਖਾਈ ਨਹੀਂ ਦੇ ਰਿਹਾ। ਇੱਥੋਂ ਲਾਈਟ ਰੇ ਆਈ, ਇਹ ਜਦੋਂ ਸਾਡੇ ਵਾਯੂਮੰਡਲ 'ਚ ਆਈ ਅਤੇ ਇਹ 'ਚ ਕੀ ਹੋਇਆ, ਅਪਵਰਤਨ ਜਾਂ ਕੀ ਹੋਇਆ, ਰਿਫਰੈਕਸ਼ਨ ਮੁੜ ਗਈ, ਸਾਨੂੰ ਇਹ ਸੂਰਜ ਇੱਥੇ ਦਿਖਾਈ ਦੇ ਰਿਹਾ। ਇਹ ਸੂਰਜ ਜਿਹੜਾ ਵਾ ਇਹ ਇਹਦੀ ਐਕਚੁਅਲ ਪੋਜੀਸ਼ਨ ਆ, ਇਹ ਇਹਦੀ ਐਪਰੈਂਟ ਪੋਜੀਸ਼ਨ, ਜਿਹਨੂੰ ਆਪਾਂ ਕਹਿੰਦੇ ਵੀ ਜਿਹੜੀ ਆਪਾਂ ਨੂੰ ਮਹਿਸੂਸ, ਇਹ ਅਸਲ 'ਚ ਪੋਜੀਸ਼ਨ ਆ ਅਤੇ ਇਹ ਉਹਦੀ ਐਪਰੈਂਟ ਪੋਜੀਸ਼ਨ ਆ। ਸੂਰਜ ਹੈ ਇੱਥੇ, ਸਾਨੂੰ ਇੱਥੇ ਦਿਖਾਈ ਦੇ ਰਿਹਾ, ਇੱਥੇ ਜਾਣ ਤੱਕ ਹਾਲੇ ਸੂਰਜ ਨੂੰ ਲਗਭਗ 2 ਮਿੰਟ ਲੱਗਣੇ ਸੀ, ਯਾਨੀ ਕਿ ਸੂਰਜ ਚੜ੍ਹਨ ਤੋਂ 2 ਮਿੰਟ ਪਹਿਲੋਂ ਹੀ ਸਾਨੂੰ ਦਿਖਾਈ ਦੇਣਾ ਸ਼ੁਰੂ ਹੋ ਗਿਆ। ਕਾਹਦੇ ਕਰਕੇ? ਵਾਯੂਮੰਡਲੀ ਅਪਵਰਤਨ ਦੇ ਕਰਕੇ। ਗੱਲ ਸਮਝ ਲੱਗੀ ਨਾ? ਲਾਈਟ ਰੇ ਆਈ, ਬੈਂਡ ਕਰਕੇ ਸਾਨੂੰ ਲਾਈਟ ਰੇ ਇੱਥੋਂ ਮਹਿਸੂਸ ਹੋ ਰਹੀ ਆ, ਠੀਕ ਹੈ, ਅਤੇ ਇਹਦੇ ਜਿਹੜੇ ਪ੍ਰਕਾਸ਼ ਦੇ ਅਪਵਰਤਨ ਕਰਕੇ, ਰਿਫਰੈਕਸ਼ਨ ਦੇ ਕਰਕੇ ਇਹ ਸੂਰਜ ਜਿਹੜਾ ਵਾ ਇਹ ਚੜ੍ਹਨ ਤੋਂ 2 ਮਿੰਟ ਪਹਿਲੋਂ ਹੀ ਦਿਸਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਹੀ ਡੁੱਬਣ ਤੋਂ ਬਾਅਦ ਵੀ ਇਹ 2 ਮਿੰਟ ਤੱਕ ਦਿਖਾਈ ਦਿੰਦਾ ਰਹਿੰਦਾ ਹੈ। ਯਾਨੀ ਕਿ ਆਪਾਂ ਜੇ ਵੈਸੇ ਹੀ ਗੱਲ ਕਰੀਏ ਤਾਂ ਸਾਡੇ ਜਿਹੜੇ ਦਿਨ ਆ ਉਹਦੀ ਜਿਹੜੀ ਲੰਬਾਈ ਜਿਹੜੀ ਆ ਆਮ ਤੋਂ 4 ਮਿੰਟ ਜ਼ਿਆਦਾ ਹੁੰਦੀ ਹੈ,
ठीक है। तो ये भी कहते करके होया, दैट इज ड्यू टू द एटमोसफेरिक रिफ्रैक्शन, यानी कि रिफ्रैक्शन के ये दो गुण अपवर्तन के दो ही एग्जाम्पल देखिए, एक तारिਆਂ ਦਾ ਟਿਮਟਮਾਉਣਾ ਤੇ एक सूरज का ਪਹਿਲੋਂ ਚੜ੍ਹਨਾ ਅਤੇ ਮਗਰੋਂ ਛਿਪਣਾ। उम्मीद है कि ਤੁਹਾਨੂੰ ਇਹ ਚੀਜ਼ ਸਮਝ आ गई होगी। ਅੱਗੇ है जी प्रकाश का खिंडना, ਸਕੈਟਰਿੰਗ ऑफ लाइट। प्रकाश खिंडरदा है, आप अगे पढ़िया सी वाइट लाइट जो प्रिज्म चों पास की 7 रंगों में वंडी गई। हुण इहदे उपर ही निर्भर करता है कई घटनावां, जिवें आकाश का नीला रंग, डूंगे समुद्री पानी का रंग, सूरज चढ़न अते छिपण समय सूरज का लाल होना। ये कुछ घटनावां हैं जिहड़ियां इस चीज़ उपर निर्भर करदियां हैं, प्रकाश का खिंडना, ਸਕੈਟਰਿੰਗ ऑफ लाइट। इहदे च पहिलां आपां पढ़ांगे टिंडल इफैक्ट बारे। टिंडल प्रभाव की है। जिहड़ा बेटा देखो, तुसीं कई वारी कमरे विच बैठे हो ਤੇ ਤੁਹਾਡੀ ਇੱਕ ਬਾਰੀ ਖੁੱਲੀ ਹੋਵੇ ਤੇ ਜਦੋਂ ਉਹਦੇ ਵਿੱਚੋਂ ਜਦੋਂ ਕਈ ਵਾਰੀ ਆਪਾਂ ਨਾ ਘੱਟਾ ਮਿੱਟੀ ਜਦੋਂ ਬਰੀਕ ਕਣ ਜਦੋਂ ਆਪਾਂ ਦੇਖਦੇ ਹਾਂ ਨਾ ਤਾਂ ਆਪਾਂ ਨੂੰ ਉਹ ਦਿਖਾਈ ਦਿੰਦੇ ਹਨ। ਸੂਖਮ ਸੇਕ ਦੇ ਵਿੱਚੋਂ ਪ੍ਰਕਾਸ਼ ਦਾ ਪੁੰਜ ਦੇਖਦਾ ਤਾਂ ਆਪਾਂ ਨੂੰ ਉਹ ਜਿਹੜਾ ਮਹਿਸੂਸ ਹੁੰਦਾ ਹੈ ਵੀ ਪ੍ਰਕਾਸ਼ ਖਿੰਡ ਰਿਹਾ ਹੈ, ਪ੍ਰਕਾਸ਼ ਖਿਲਰ ਰਿਹਾ ਹੈ, ਉਸ ਨੂੰ ਆਪਾਂ ਕਹਿੰਦੇ ਹਾਂ ਟਿੰਡਲ ਪ੍ਰਭਾਵ। ਇਹ ਵੈਸੇ ਤੁਸੀਂ 9th ਕਲਾਸ ਦੇ ਵਿੱਚ ਪੜ੍ਹਿਆ ਸੀ ਵੀ ਜੇ ਆਪਾਂ ਇੱਕ ਮੰਨ ਲਓ ਘੋਲ ਲਿਆ ਵਾ, ਜੇ ਮੰਨ ਲਓ ਇਹ ਹੈਗਾ ਟਰੂ ਸੋਲਿਊਸ਼ਨ। ਟਰੂ ਸੋਲਿਊਸ਼ਨ ਹੁੰਦਾ ਜਿਹਦੇ ਵਿੱਚ ਘੁਲਕ ਜਿਹੜਾ ਵਾ ਘੋਲ 'ਚ ਪੂਰੀ ਤਰ੍ਹਾਂ ਘੁਲਿਆ, ਮੰਨ ਲਓ ਆਪਾਂ ਪਾਣੀ ਵਿੱਚ ਨਮਕ ਘੋਲਿਆ, ਇਹ ਪੂਰੀ ਤਰ੍ਹਾਂ ਘੁਲ ਜਾਂਦਾ, ਇਹਦੇ 'ਚੋਂ ਲਾਈਟ ਪਾਸ ਕਰਦੀ ਸਿੱਧੀ ਪਾਸ ਕਰ ਜਾਂਦੀ। ਜੇ ਆਪਾਂ ਟਰੂ ਸੋਲਿਊਸ਼ਨ ਦੀ ਬਜਾਏ ਆਪਾਂ ਇੱਥੇ ਲਿਆ ਵਾ ਕੋਲਾਈਡਲ ਸੋਲਿਊਸ਼ਨ। ਕੋਲਾਈਡਲ ਸੋਲਿਊਸ਼ਨ ਹੁੰਦਾ ਵਾ ਜਿਸ ਵਿੱਚ ਛੋਟੇ ਛੋਟੇ ਪਾਰਟੀਕਲਸ ਹੁੰਦੇ ਨੇ ਸਲਿਊਟ ਦੇ, ਜਦੋਂ ਲਾਈਟ ਇੱਥੋਂ ਪਾਸ ਕਰਦੀ ਹੈ ਤੇ ਇਹਨੂੰ ਵੱਜ ਕੇ ਉਹ ਖਿਲਰ ਜਾਂਦੀ ਹੈ। ਜਦੋਂ ਕੋਲਾਈਡਲ ਸੋਲਿਊਸ਼ਨ ਦੇ ਵਿੱਚੋਂ ਲਾਈਟ ਪਾਸ ਕਰਦੀ ਹੈ ਤੇ ਉਹ ਖਿਲਰ ਜਾਂਦੀ ਹੈ, ਠੀਕ ਹੈ। ਇਸ ਪ੍ਰਭਾਵ ਨੂੰ ਕੀ ਕਹਿੰਦੇ ਆ, ਟਿੰਡਲ ਪ੍ਰਭਾਵ। ਗੱਲ ਸਮਝ ਗਈ। ਤੇ ਇਸੇ ਚੀਜ਼ ਨੂੰ ਆਪਾਂ ਇਹ ਜਿਹੜਾ ਟਿੰਡਲ ਪ੍ਰਭਾਵ ਆ ਇਹ ਕਿਉਂ ਹੁੰਦਾ ਵਾ, ਇਹ ਨਿਰਭਰ ਕਰਦਾ ਵਾ ਸਾਡੇ ਵਾਯੂਮੰਡਲ ਵਿੱਚ ਮੌਜੂਦ ਛੋਟੇ ਛੋਟੇ ਕਣਾਂ ਦੇ ਕਰਕੇ। ਮੰਨ ਲਓ ਮਿੱਟੀ ਦੇ ਕਣ, ਕੋਈ ਵੀ ਕਣ ਹੋਣ, ਧੂੰਆਂ ਵਾ, ਠੀਕ ਆ, ਉਹਦੇ ਲਟਕਦੇ ਕਣ, ਹਵਾ ਦੇ ਅਣੂ, ਪਾਣੀ ਦੀਆਂ ਛੋਟੀਆਂ ਛੋਟੀਆਂ ਬੂੰਦਾਂ, ਇਹਨਾਂ ਸਾਰਿਆਂ ਦੇ ਕਰਕੇ ਜਿਹੜਾ ਪ੍ਰਕਾਸ਼ ਜਿਹੜਾ ਵਾ ਇਹ ਕੀ ਕਰਦਾ ਵਾ, ਖਿੰਡਦਾ ਵਾ, ਸਕੈਟਰ ਕਰਦਾ ਵਾ। ਇਸ ਨੂੰ ਆਪਾਂ ਕੀ ਕਹਿੰਦੇ ਆ, ਟਿੰਡਲ ਪ੍ਰਭਾਵ, ਸਕੈਟਰਿੰਗ ਆਫ ਲਾਈਟ ਜਾਂ ਟਿੰਡਲ ਪ੍ਰਭਾਵ। ਹੁਣ ਉਹਦੇ ਵਿੱਚੋਂ ਕਿਹੜਾ ਰੰਗ ਵੱਧ ਖਿੰਡੇਗਾ, ਕਿਹੜਾ ਰੰਗ ਘੱਟ ਖਿੰਡੇਗਾ, ਉਹਦੇ ਕਰਕੇ ਹੀ ਜਿਹੜਾ ਕਲਰ ਆ ਆਕਾਸ਼ ਦਾ ਜਾਂ ਕੁਛ ਵੀ ਆ ਉਹ ਬਦਲਦਾ ਰਹਿੰਦਾ। ਹੁਣ ਜਿਹੜਾ ਸਾਫ਼ ਆਕਾਸ਼ ਆ, ਜਿਹੜਾ ਕਲੀਅਰ ਸਕਾਈ ਆ, ਵਾਈ ਦ ਕਲਰ ਆਫ ਕਲੀਅਰ ਸਕਾਈ ਇਜ਼ ਬਲੂ। ਜਿਹੜੀ ਕਲੀਅਰ ਸਕਾਈ ਆ, ਜਿਹੜਾ ਬਿਲਕੁਲ ਸਾਫ਼ ਆਕਾਸ਼ ਆ, ਉਹਦਾ ਰੰਗ ਕਿਹੜਾ ਰੰਗ ਹੁੰਦਾ, ਬਲੂ ਕਲਰ ਹੁੰਦਾ। ਹੁਣ ਉਹਦੇ ਹਵਾ ਵਿੱਚ ਜਿਹੜੇ ਕਣ ਆ ਨਾ, ਹੋਰ ਕਣਾਂ ਦਾ ਸਾਈਜ਼, ਇਸ ਦੇ ਪ੍ਰਕਾਸ਼ ਦੀ ਤਰੰਗ ਲੰਬਾਈ ਆਪਾਂ ਵਰਡ ਪੜ੍ਹਿਆ ਸੀ ਅੱਗੇ, ਕੀ ਕਹਿੰਦੇ ਸਾਨੂੰ, ਵੇਵ ਲੈਂਥ ਤੋਂ ਬਹੁਤ ਜ਼ਿਆਦਾ ਘੱਟ ਹੈ ਜਾਂ ਛੋਟਾ ਵਾ। ਇਹ ਲਾਲ ਰੰਗ ਵੱਲ ਦੇ ਵੱਧ ਤਰੰਗ ਲੰਬਾਈ ਵਾਲੇ ਪ੍ਰਕਾਸ਼ ਦੇ ਟਾਕਰੇ ਵਿੱਚ ਨੀਲੇ ਰੰਗ ਵੱਲ ਦੇ ਘੱਟ ਤਰੰਗ ਲੰਬਾਈ ਦੇ ਪ੍ਰਕਾਸ਼ ਨੂੰ ਖਿੰਡਾਉਣ ਵਿੱਚ ਵਧੇਰੇ ਪ੍ਰਭਾਵੀ ਹੈ। ਦੇਖੋ ਆਪਾਂ ਪੜ੍ਹਿਆ ਸੀ ਵੀ 7 ਰੰਗ ਹੁੰਦੇ ਆ, ਤੁਹਾਨੂੰ ਯਾਦ ਹੋਵੇ ਬੀਬੀ ਦੀ ਔਰ ਤੁਸੀਂ ਵਰਡ ਯਾਦ ਕੀਤਾ ਸੀ। ਮੈਂ ਤੁਹਾਨੂੰ ਦੱਸਿਆ ਸੀ ਵੀ ਸਭ ਤੋਂ ਜ਼ਿਆਦਾ ਵੇਵਲੈਂਥ ਕਿਹਦੀ ਆ, ਰੈੱਡ ਕਲਰ ਦੀ, ਤੇ ਸਭ ਤੋਂ ਘੱਟ ਕਿਹਦੀ ਆ, ਵਾਇਓਲੇਟ ਕਲਰ ਦੀ। ਆਂਦੇ ਜਿਹੜੇ ਹਵਾ ਵਿੱਚ ਛੋਟੇ ਛੋਟੇ ਕਣ ਆ ਨਾ, ਇਹ ਲਾਲ ਰੰਗ ਨੂੰ, ਜਿਹਦੀ ਵੇਵਲੈਂਥ ਸਭ ਤੋਂ ਜ਼ਿਆਦਾ ਵਾ, ਠੀਕ ਹੈ, ਇਹਨੂੰ ਸਭ ਤੋਂ ਘੱਟ ਖਿੰਡਾਉਂਦੇ ਆ, ਯਾਨੀ ਕਿ ਇਹਦੀ ਸਕੈਟਰਿੰਗ ਸਭ ਤੋਂ ਘੱਟ ਹੁੰਦੀ ਹੈ ਲਾਲ ਰੰਗ ਦੀ। ਤੇ ਬਲੂ ਕਲਰ ਜੋ ਹੈ ਇਹਦੀ ਸਕੈਟਰਿੰਗ ਸਭ ਤੋਂ ਜ਼ਿਆਦਾ ਹੈ, ਮੈਕਸੀਮਮ ਸਕੈਟਰਿੰਗ ਕਿਹੜੇ ਰੰਗ ਦੀ ਹੋਈ, ਬਹੁਤ ਜ਼ਿਆਦਾ। ਲਿਖਿਆ ਲਾਲ ਰੰਗ ਦੇ ਪ੍ਰਕਾਸ਼ ਦੀ ਤਰੰਗ ਲੰਬਾਈ ਨੀਲੇ ਰੰਗ ਦੇ ਪ੍ਰਕਾਸ਼ ਦੀ ਤਰੰਗ ਲੰਬਾਈ ਨਾਲ 1.8 ਗੁਣਾ ਜ਼ਿਆਦਾ ਹੈ। ਇਸ ਲਈ ਜਦੋਂ ਸੂਰਜ ਦਾ ਪ੍ਰਕਾਸ਼ ਵਾਯੂਮੰਡਲ 'ਚ ਲੰਘਦਾ ਹੈ ਤਾਂ ਹਵਾ ਦੇ ਜਿਹੜੇ ਛੋਟੇ ਛੋਟੇ ਕਣ ਹਨ, ਇਹ ਲਾਲ ਰੰਗ ਦੇ ਟਾਕਰੇ ਵਿੱਚ ਨੀਲੇ ਰੰਗ ਨੂੰ ਵੱਧ ਪ੍ਰਬਲਤਾ ਨਾਲ ਖਿੰਡਾਉਂਦੇ ਹਨ, ਯਾਨੀ ਕਿ ਜ਼ਿਆਦਾ ਸਕੈਟਰਿੰਗ ਕਿਹਦੀ ਹੋਵੇਗੀ, ਬਲੂ ਕਲਰ ਦੀ, ਠੀਕ ਹੈ। ਤੇ ਜਦੋਂ ਜਿਹੜੀ ਸਕੈਟਰਿੰਗ ਜਿਸ ਕਲਰ ਦੀ ਜ਼ਿਆਦਾ ਹੋਵੇਗੀ ਉਹ ਸਾਡੀਆਂ ਅੱਖਾਂ ਵਿੱਚ ਰੰਗ ਪ੍ਰਵੇਸ਼ ਕਰਦਾ ਹੈ ਤੇ ਆਪਾਂ ਨੂੰ ਸਕਾਈ ਕਿਹੜੇ ਕਲਰ ਦਿਖਾਈ ਦਿੰਦਾ ਹੈ, ਬਲੂ ਕਲਰ ਦਾ। ਸਿੰਪਲ ਜੀ ਗੱਲ ਯਾਦ ਕਰਨੀ ਹੈਗੀ ਵੀ ਸਕੈਟਰਿੰਗ ਆਫ ਬਲੂ ਕਲਰ ਇਜ਼ ਮੋਰ, ਠੀਕ ਹੈ, ਦੇਅਰਫੋਰ ਦ ਸਕਾਈ ਅਪੀਅਰਸ ਬਲੂ। ਜੇਕਰ ਪ੍ਰਿਥਵੀ ਉੱਤੇ ਵਾਯੂਮੰਡਲ ਨਾ ਹੋਵੇ ਅਤੇ ਕੋਈ ਵੀ ਰੰਗ ਨਾ ਖਿੰਡਰੇ ਤੇ ਫਿਰ ਸਕਾਈ ਕਿਹੜੇ ਕਲਰ ਦਾ ਅਪੀਅਰ ਹੋਵੇਗਾ, ਬਲੈਕ ਕਲਰ ਦਾ। ਇਸੇ ਕਰਕੇ ਹੀ ਜਿਹੜੇ ਯਾਤਰੀ ਜਿਹੜੇ ਉੱਪਰੋਂ ਜਿਹੜੇ ਲੰਘਦੇ ਹਨ, ਜਿਹੜੇ ਬਹੁਤ ਉਚਾਈ ਵਿੱਚ ਉੱਡਦੇ ਹਨ, ਠੀਕ ਹੈ, ਜਿਹੜੇ ਮਤਲਬ ਪੈਸੰਜਰਸ ਹੁੰਦੇ ਹਨ ਵਿਚ ਫਲਾਈ ਐਟ ਵੈਰੀ ਹਾਈ ਐਲਟੀਟਿਊਡਸ, ਉੱਥੇ ਕੀ ਹੁੰਦਾ, ਉੱਥੇ ਕੁਛ ਵੀ ਰੰਗ ਦਾ ਖਿੰਡਣ ਨਹੀਂ ਹੁੰਦਾ, ਦੇਅਰ ਇਜ਼ ਨੋ ਸਕੈਟਰਿੰਗ ਆਫ ਲਾਈਟ। ਜਿਸ ਕਰਕੇ ਆਪਾਂ ਨੂੰ ਉੱਥੇ ਫਿਰ ਕੀ ਦਿਖਾਈ ਦਿੰਦਾ ਹੈ, ਸਕਾਈ ਅਪੀਅਰਸ ਡਾਰਕ ਟੂ ਦਾ ਐਸਟਰੋਨੌਟਸ, ਉਹਨਾਂ ਨੂੰ ਇਹ ਸਕਾਈ ਡਾਰਕ ਦਿਖਾਈ ਦਿੰਦਾ ਹੈ। ਕਲੀਅਰ। ਹੁਣ ਤੁਸੀਂ ਦੇਖੋ ਇੱਥੇ ਇੱਕ ਲਾਈਟ ਥੋੜ੍ਹੀ ਜਿਹੀ ਲਾਈਨ ਲਿਖੀ ਆ, ਜਿਹੜੇ ਡੇਂਜਰ ਸਿਗਨਲਸ ਹਨ, ਖਤਰੇ ਦੇ ਰੰਗ ਹਨ, ਇਹ ਕਿਹੜੇ ਕਲਰ ਹੁੰਦੇ ਹਨ, ਲਾਲ ਰੰਗ। ਇਹ ਲਾਲ ਰੰਗ ਦੇ ਕਿਉਂ ਹੁੰਦੇ ਹਨ,
ਮੰਨ ਲਓ ਇਹ ਇੱਕ ਆਪਣਾ ਪੋਲ ਆ, ਨਿਸ਼ਾਨ ਜਿੱਥੇ ਆਪਾਂ ਖਤਰਾ ਚਾਹੁੰਦੇ ਹਾਂ, ਜਿਵੇਂ ਤੁਸੀਂ ਦੇਖਿਆ ਯਾਰ ਤੁਹਾਡੇ ਸਿਗਨਲ ਦੇ ਉੱਪਰ ਲਾਈਟਸ ਹੁੰਦੀਆਂ ਵਾ, ਰੈੱਡ ਆ, ਗ੍ਰੀਨ ਲਾਈਟ ਆ, ਠੀਕ ਹੈ। ਹੁਣ ਲਾਲ ਰੰਗ ਦੇ ਸਿਗਨਲ ਇਸ ਕਰਕੇ ਹੁੰਦੇ ਹਨ ਕਿਉਂਕਿ ਆਪਾਂ ਦੇਖਿਆ ਵੀ ਲਾਲ ਰੰਗ ਖਿੰਡਦਾ ਘੱਟ ਆ, ਜਿਹੜਾ ਘੱਟ ਖਿੰਡੇਗਾ ਜਾਂ ਘੱਟ ਸਕੈਟਰ ਕਰੇਗਾ ਇਹ ਦੂਰ ਤੱਕ ਜਾਏਗਾ, ਤੇ ਬਾਕੀ ਰੰਗ ਜਿਹੜੇ ਖਿਲਰਦੇ ਆ ਨਾ ਉਹ ਇੱਥੇ ਹੀ ਖਤਮ ਹੋ ਜਾਂਦੇ ਆ। ਹੁਣ ਜੇ ਕੋਈ ਬੰਦਾ ਦੂਰੋਂ ਆ ਰਿਹਾ, ਠੀਕ ਹੈ, ਤੇ ਖਤਰੇ ਦਾ ਫਾਇਦਾ ਤਾਂ ਹੀ ਆ ਨਿਸ਼ਾਨ ਦਾ ਵੀ ਦੂਰੋਂ ਹੀ ਦਿਸ ਜੇ, ਇਹ ਨਹੀਂ ਆ ਵੀ ਲਾਗੇ ਆਗੇ ਪਤਾ ਲੱਗਾ ਕਿ ਖਤਰਾ ਵਾ, ਉਹ ਦੂਰੋਂ ਹੀ ਦਿਸੇਗਾ ਤੇ ਫਿਰ ਉਹ ਜਿਹੜਾ ਉਸ ਚੀਜ਼ ਤੋਂ ਜਲਦੀ ਉਹ ਜਿਹੜਾ ਵਾ ਸਬਕ ਲਏਗਾ ਤੇ ਸ਼ਾਇਦ ਉੱਥੇ ਹੀ ਉਹ ਰੁਕ ਜੇ। ਜਿਵੇਂ ਕਾਰਾਂ ਹੁੰਦੀਆਂ ਨੇ, ਰੈੱਡ ਲਾਈਟ ਹੁੰਦੀ ਹੈ ਉਹ ਦੂਰੋਂ ਹੀ ਦਿਸ ਪੈਂਦੀ ਹੈ, ਇਸਦਾ ਕਾਰਨ ਇਹੀ ਹੈ ਕਿਉਂਕਿ ਲਾਲ ਰੰਗ ਜਿਹੜਾ ਹੈ ਇਹ ਧੁੰਦ ਜਾਂ ਧੂਏ ਵਿੱਚ ਸਭ ਤੋਂ ਘੱਟ ਖਿੜਦਾ ਹੈ, ਇਸ ਲਈ ਇਹ ਦੂਰ ਤੋਂ ਹੀ ਵੇਖਿਆ ਜਾਂਦਾ ਹੈ। ਤੇ ਡੇਂਜਰ ਸਿਗਨਲ ਦਾ ਫਾਇਦਾ ਹੀ ਤਾਂ ਬੇਟਾ ਜੀ ਉਹ ਦੂਰ ਤੋਂ ਪਤਾ ਲੱਗ ਜੇ, ਜੇ ਲਾਗੇ ਜਾ ਕੇ ਪਤਾ ਲੱਗਾ ਤੇ ਫਿਰ ਤੇ ਉਸ ਟਾਈਮ ਸ਼ਾਇਦ ਉਸ ਸਮੇਂ ਬਹੁਤ ਜ਼ਿਆਦਾ ਦੇਰ ਹੋ ਜਾਏ ਤੇ ਉਹ ਜੇ ਕੋਈ ਕਾਰ ਜਾਂ ਕੋਈ ਚੀਜ਼ ਆ ਰਹੀ ਹੈ ਤੇ ਸ਼ਾਇਦ ਉਹ ਆਪਣੇ ਆਪ ਨੂੰ ਬ੍ਰੇਕ ਨਾ ਲਾ ਸਕੇ, ਨਾ ਰੁਕ ਸਕੇ। ਇਸ ਕਰਕੇ ਡੇਂਜਰ ਸਿਗਨਲ ਸਾਰੇ ਕਾਹਦੇ ਬਣਾਏ ਜਾਂਦੇ ਹਨ, ਰੈੱਡ ਕਲਰ ਦੇ। ਹੁਣ ਅੱਗੇ ਹੈਗਾ ਸੂਰਜ ਨਿਕਲਣ ਅਤੇ ਸੂਰਜ ਛਿਪਣ ਸਮੇਂ ਸੂਰਜ ਦਾ ਰੰਗ। ਆਪਾਂ ਅੱਗੇ ਪੜ੍ਹਿਆ ਸੀ ਵੀ ਸੂਰਜ 2 ਮਿੰਟ ਪਹਿਲਾਂ ਦਿਸਦਾ, 2 ਮਿੰਟ ਬਾਅਦ 'ਚ ਦਿਸਦਾ, ਉਹ ਹੈਗਾ ਸੀ ਪ੍ਰਕਾਸ਼ ਦੇ ਅਪਵਰਤਨ ਦੇ ਕਰਕੇ, ਰਿਫਰੈਕਸ਼ਨ ਦੇ ਕਰਕੇ। ਇਹ ਚੀਜ਼ ਆ ਰੱਖਿਓ। ਤੇ ਜਿੱਥੇ ਕੁਐਸਚਨ ਆ ਜੇ ਸੂਰਜ ਦੇ ਰੰਗ ਦਾ, ਕਲਰ ਦਾ, ਇਹ ਹੈਗਾ ਕਿਹਦੇ ਕਰਕੇ, ਸਕੈਟਰਿੰਗ ਆਫ ਲਾਈਟ ਕਰਕੇ। ਕਿਹਦੇ ਕਰਕੇ ਆ, ਸਕੈਟਰਿੰਗ ਆਫ ਲਾਈਟ ਕਰਕੇ, ਠੀਕ ਹੈ। ਆਕਾਸ਼ ਦੇ ਨੀਲੇ ਰੰਗ ਅਤੇ ਸੂਰਜ ਚੜ੍ਹਨ ਅਤੇ ਡੁੱਬਣ ਸਮੇਂ ਸੂਰਜ ਦਾ ਰੰਗ ਲਾਲ ਹੋਣ ਬਾਰੇ ਆਪਾਂ ਇੱਕ ਇੱਥੇ ਪ੍ਰਯੋਗ ਹੈਗਾ ਵਾ, ਪ੍ਰਯੋਗ ਜਿਹੜਾ ਵਾ ਵੈਸੇ ਜਦੋਂ ਤੁਹਾਡੇ ਬੜਾ ਸਕੂਲ ਲੱਗਣਗੇ ਤੇ ਫਿਰ ਤੁਸੀਂ ਦੇਖੋਗੇ ਵੀ ਕਿਸ ਤਰ੍ਹਾਂ ਹੁੰਦਾ ਵਾ, ਠੀਕ ਹੈ। ਪਰ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਵਾਂ ਵੀ ਕੀ ਹੁੰਦਾ ਵਾ। ਆਹ ਦੇਖੋ, ਜਿਵੇਂ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤੇ ਜਿਹੜਾ ਆਪਣਾ ਹੌਰੀਜ਼ਨ ਆ, ਠੀਕ ਹੈ, ਉਹਦੇ ਲਾਗੇ ਸਥਿਤ ਸੂਰਜ ਤੋਂ ਆਉਣ ਵਾਲਾ ਪ੍ਰਕਾਸ਼ ਸਾਡੀਆਂ ਅੱਖਾਂ ਤੱਕ ਪਹੁੰਚਣ ਤੋਂ ਪਹਿਲਾਂ ਪ੍ਰਿਥਵੀ ਦੇ ਵਾਯੂਮੰਡਲ ਵਿੱਚ ਹਵਾ ਦੀਆਂ ਮੋਟੀਆਂ ਪਰਤਾਂ ਤੋਂ ਹੋ ਕੇ ਗੁਜ਼ਰਦਾ ਹੈ। ਮਤਲਬ ਆਹ ਹੌਰੀਜ਼ਨ ਦੇ ਲਾਗੇ ਸੂਰਜ ਆ, ਠੀਕ ਆ, ਇਹ ਸਾਡੇ ਤੱਕ ਪਾ ਰਿਹਾ ਵਾ, ਠੀਕ ਆ। ਇੱਥੇ ਕੀ ਹੁੰਦਾ ਵਾ, ਨੀਲਾ ਪ੍ਰਕਾਸ਼ ਖਿੜ ਜਾਂਦਾ ਵਾ ਤੇ ਸੂਰਜ ਆਪਣਾ ਜਿਹੜਾ ਵਾ ਉਹ ਲਾਲ ਪ੍ਰਤੀਤ ਹੁੰਦਾ। ਹੁਣ ਦੇਖੋ ਕੀ ਹੋਇਆ, ਜਦੋਂ ਸੂਰਜ ਸਿਰ ਉੱਤੇ ਹੁੰਦਾ ਵਾ ਤੇ ਸੂਰਜ ਤੋਂ ਆਉਣ ਵਾਲਾ ਪ੍ਰਕਾਸ਼ ਇਹ ਇੱਕ ਤਰ੍ਹਾਂ ਦਾ ਘੱਟ ਦੂਰੀ ਤੇ ਚੱਲੇਗਾ, ਠੀਕ ਹੈ। ਜਿੰਨਾ ਘੱਟ ਦੂਰੀ ਤੇ ਚੱਲੇਗਾ ਤੇ ਉਹਨਾਂ ਜਿਹੜਾ ਲਾਲ ਰੰਗ ਸਾਡੇ ਤੱਕ ਪਹੁੰਚ ਜਾਏਗਾ। ਨੀਲਾ ਰੰਗ ਖਿੰਡ ਜਾਂਦਾ ਵਾ ਤੇ ਖਿੰਡ ਕੇ, ਆਪਾਂ ਜੋ ਅੱਗੇ ਗੱਲ ਕੀਤੀ ਸੀ, ਉਹ ਖਿੰਡ ਕੇ ਰਾਹ 'ਚ ਹੀ ਰਹਿ ਗਿਆ, ਸਾਡੇ ਤੱਕ ਨੀਲਾ ਰੰਗ ਨਹੀਂ ਪਹੁੰਚ ਸਕਿਆ। ਪਰ ਲਾਲ ਰੰਗ ਜਿਹੜਾ ਵਾ ਇਹ ਸਾਡੇ ਤੱਕ ਪਹੁੰਚ ਜਾਂਦਾ ਵਾ ਤੇ ਜਿਸ ਕਰਕੇ ਆਪਾਂ ਨੂੰ ਸੂਰਜ ਜਿਹੜਾ ਵਾ ਲਾਲ ਰੰਗ ਦਾ ਦਿਖਾਈ ਦਿੰਦਾ ਵਾ। ਤਾਂ ਦੇਖੋ, ਨੀਲੇ ਅਤੇ ਬੈਂਗਣੀ ਰੰਗ ਦਾ ਬਹੁਤ ਥੋੜ੍ਹਾ ਭਾਗ ਹੀ ਖਿੜਦਾ ਹੈ। ਖਿਤੀ ਦੇ ਲਾਗੇ ਨੀਲੇ ਅਤੇ ਕਰਾਟਤ ਰੰਗ ਲੰਬਾਈਆਂ ਦਾ ਪ੍ਰਕਾਸ਼ ਦਾ ਬਹੁਤਾ ਭਾਗ ਕਣਾਂ ਦੁਆਰਾ ਖਿੜ ਜਾਂਦਾ ਹੈ। ਇਸ ਲਈ ਸਾਡੀਆਂ ਅੱਖਾਂ ਤੱਕ ਪਹੁੰਚਣ ਵਾਲਾ ਪ੍ਰਕਾਸ਼ ਅਧਿਕ ਤਰੰਗ ਲੰਬਾਈ ਦਾ ਹੋਵੇਗਾ। ਹੁਣ ਦੇਖੋ, ਜਦੋਂ ਤੇ ਚੀਜ਼ ਬੜਾ ਦੂਰੋਂ ਆ ਰਹੀ ਹੈ, ਠੀਕ ਆ, ਤੇ ਜਿਹੜਾ ਨੀਲਾ ਰੰਗ ਜਿਹੜਾ ਵਾ ਇਹ ਜਿਹੜਾ ਰਾਹ ਵਿੱਚ ਹੀ ਖਿਲਰ ਜਾਂਦਾ, ਇਹ ਸਾਡੇ ਤੱਕ ਪਹੁੰਚ ਨਹੀਂ ਪਾਉਂਦਾ। ਤੇ ਸਾਡੇ ਤੱਕ ਕਿਹੜਾ ਰੰਗ ਪਹੁੰਚਦਾ, ਰੈੱਡ ਕਲਰ। ਤੇ ਸਾਨੂੰ ਤਾਂ ਉਹੀ ਰੰਗ ਦਿਖਾਈ ਦੇਗਾ ਨਾ ਜਿਹੜਾ ਰੰਗ ਸਾਡੇ ਤੱਕ ਪਹੁੰਚੇਗਾ। ਕਲੀਅਰ। ਆਂਦੇ ਜਦੋਂ ਸੂਰਜ ਵੇਖੋ ਦੁਪਹਿਰ ਦਾ ਟਾਈਮ ਹੁੰਦਾ ਵਾ ਨਾ, ਉਦੋਂ ਸੂਰਜ ਆਪਾਂ ਨੂੰ ਸਫੇਦ ਪ੍ਰਕਾਸ਼ ਦਿਖਾਈ ਦਿੰਦਾ। ਕਿਉਂਕਿ ਉਦੋਂ ਸਫੇਦ ਕਿਉਂ, ਕਿਉਂਕਿ ਲਗਭਗ ਸਾਰੇ ਰੰਗ ਖਿੰਡ ਜਾਂਦੇ ਆ, ਠੀਕ ਹੈ। ਤੇ ਆਪਾਂ ਨੂੰ ਜਿਹੜਾ ਵਾ ਉਹ ਜਦੋਂ ਸਾਰੇ ਰੰਗ ਖਿੰਡਣਗੇ ਤਾਂ ਆਪਾਂ ਨੂੰ ਵਾਈਟ ਕਲਰ ਦਿਖਾਈ ਦੇਵੇਗਾ ਫਿਰ। ਤੇ ਵੈਸੇ ਜਦੋਂ ਸੂਰਜ ਚੜ੍ਹਦਾ ਵਾ ਤੇ ਜਾਂ ਜਦੋਂ ਸੂਰਜ ਡੁੱਬਦਾ ਵਾ ਤੇ ਉਦੋਂ ਆਪਾਂ ਨੂੰ ਫਿਰ ਕਿਹੜਾ ਕਲਰ ਦਿਖਾਈ ਦਿੰਦਾ, ਉਦੋਂ ਆਪਾਂ ਨੂੰ ਉਹ ਲਾਲ ਰੰਗ ਦਾ ਦਿਖਾਈ ਦਿੰਦਾ, ਠੀਕ ਹੈ। ਉਹਦਾ ਕਾਰਨ ਇਹ ਹੈਗਾ ਵਾ ਕਿਉਂਕਿ ਉਸ ਟਾਈਮ ਤੇ ਸਿਰਫ ਲਾਲ ਰੰਗ ਹੀ ਸਾਡੇ ਤੱਕ ਪਹੁੰਚ ਪਾਉਂਦਾ ਕਿਉਂਕਿ ਉਹਦੀ ਵੇਵਲੈਂਥ ਤਰੰਗ ਲੰਬਾਈ ਜ਼ਿਆਦਾ ਵਾ, ਤੇ ਜਿਹੜੇ ਬਾਕੀ ਰੰਗ ਆ ਉਹਨਾਂ ਦੀ ਤਰੰਗ ਲੰਬਾਈ ਘੱਟ ਆ, ਉਹ ਸਾਡੇ ਤੱਕ ਪਹੁੰਚਦੇ ਨਹੀਂ, ਰਾਹ 'ਚ ਖਿਲਰ ਜਾਂਦੇ ਆ। ਤੇ ਜਿਸ ਕਰਕੇ ਆਪਾਂ ਨੂੰ ਫਿਰ ਸੂਰਜ ਜਿਹੜਾ ਵਾ ਉਹ ਨਿਕਲਣ ਅਤੇ ਡੁੱਬਣ ਸਮੇਂ ਆਪਾਂ ਨੂੰ ਕਿਹੜੇ ਰੰਗ ਦਾ ਪ੍ਰਤੀਤ ਹੁੰਦਾ, ਲਾਲ। ਯਾਨੀ ਕਿ ਜੋ ਤੁਹਾਨੂੰ ਸੂਰਜ ਚੜ੍ਹਨ ਅਤੇ ਨਿਕਲਣ ਸਮੇਂ ਰੰਗ ਦੀ ਗੱਲ ਆ ਜੇ ਤੇ ਉਹ ਫਿਰ ਪ੍ਰਕਾਸ਼ ਦੇ ਖਿੰਡਣ ਕਰਕੇ ਜੇ, ਦੈਟ ਇਜ਼ ਸਕੈਟਰਿੰਗ ਆਫ ਲਾਈਟ। ਤੇ ਜੇ ਆਪਾਂ ਨੂੰ ਚੜ੍ਹਨ ਤੇ ਡੁੱਬਣ ਦਾ ਸਮਾਂ ਜੇ ਤੇ ਫਿਰ ਉਹ ਕਿਹਦੇ ਕਰਕੇ ਸੀ, ਰਿਫਰੈਕਸ਼ਨ ਦੇ ਕਰਕੇ। ਤਾਰਿਆਂ ਦਾ ਟਿਮਟਮਾਉਣਾ ਵੀ ਕਿਹਦੇ ਕਰਕੇ ਸੀ, ਰਿਫਰੈਕਸ਼ਨ ਕਰਕੇ। ਤੇ ਜਿਹੜਾ ਆਪਣਾ ਜਿਹੜਾ ਆਸਮਾਨ ਨੀਲਾ ਵਾ ਤੇ ਜਾਂ ਸੂਰਜ ਦਾ ਰੰਗ ਜਿਹੜਾ ਲਾਲ ਆ ਉਹ ਕਿਹਦੇ ਕਰਕੇ ਆ, ਲਾਈਟ ਦੀ ਸਕੈਟਰਿੰਗ ਕਰਕੇ, ਪ੍ਰਕਾਸ਼ ਦੇ ਖਿੰਡਣ ਕਰਕੇ। ਇਹ ਚੀਜ਼ਾਂ ਧਿਆਨ ਨਾਲ ਇਹਨੂੰ ਸਮਝਣੀਆਂ ਵਾ। ਇਹਨੂੰ ਦੁਬਾਰਾ ਇਸ ਵੀਡੀਓ ਨੂੰ ਦੁਬਾਰਾ ਜਦੋਂ ਸਮਾਂ ਲੱਗੇ ਇਹਨੂੰ ਫਿਰ ਵੇਖੋ, ਇੱਕ ਦੋ ਵਾਰੀ ਇਹਨੂੰ ਸਮਝੋ, ਇਹਨੂੰ ਟੌਪਿਕ ਨੂੰ ਨਾ ਸਮਝ ਲੱਗੇਗੀ ਤੇ ਮੈਨੂੰ ਤੁਸੀਂ ਦੱਸੋ, ਇਹ ਦੁਬਾਰਾ ਆਪਾਂ ਟੌਪਿਕ ਫਿਰ ਵੀ ਕਰ ਸਕਦੇ ਹਾਂ, ਠੀਕ ਹੈ। ਤੇ ਇਹ ਸੀ ਸਾਡਾ ਸੈਕਿੰਡ ਚੈਪਟਰ, ਜਿਹੜਾ ਆਪਣਾ ਚੈਪਟਰ ਨੰਬਰ 11th, ਠੀਕ ਹੈ। ਤੇ ਇਹਨੂੰ ਆਪਾਂ 2 ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਚੈਪਟਰ ਜਿਹੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਇੰਪੋਰਟੈਂਟ ਚੈਪਟਰ ਹੈ, ਅੱਖ ਦਾ ਪਾਠ ਵੀ ਤੇ ਜਿਹੜਾ ਸਕੈਟਰਿੰਗ ਆਫ ਲਾਈਟ ਤੇ ਰਿਫਰੈਕਸ਼ਨ ਆਫ ਲਾਈਟ। ਇਹਦੇ ਕੁਐਸਚਨ ਆਨਸਰ ਤੁਸੀਂ ਇੱਕ ਵਾਰੀ ਕਰੋ, ਜੇ ਕੋਈ ਕੁਐਸਚਨ ਨਹੀਂ ਸਮਝ ਲੱਗੇਗਾ ਤੇ ਫਿਰ ਆਪਾਂ ਨੂੰ ਕੁਐਸਚਨ ਵੀ ਆਪਾਂ ਸੋਲਵ ਜ਼ਰੂਰ ਕਰਾਂਗੇ।
ਉਮੀਦ ਹੈ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਥੈਂਕਸ ਜੀ, ਥੈਂਕਸ ਫॉर वाचिंग।